ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਜਾਂ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ, ਚਰਚਾ ਕਰੀਏ ਇਸ ਟਾਈਮ ਦੀ ਖਾਸੀ ਚਰਚਿਤ ਖਬਰ ਤੋਂ। ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਮਰਹੂਮ ਨੌਜਵਾਨ ਪੰਜਾਬੀ ਗਾਇਕ ਦੇ ਪਿਤਾ ਨੇ, ਉਹਨਾਂ ਨੇ ਪੰਜਾਬ ਸਰਕਾਰ ਤੇ ਖਾਸ ਇਤਰਾਜ਼ ਲਾਏ ਨੇ। ਇੱਥੋਂ ਤੱਕ ਵੀ ਕਹਿ ਦਿੱਤਾ ਕਿ ਇਹ ਸਰਕਾਰ ਸਾਡੀਆਂ ਖੁਸ਼ੀਆਂ ਦੇ ਵਿੱਚ ਭੰਗ ਪਾ ਰਹੀ ਹੈ। ਪਰ ਸੋਸ਼ਲ ਮੀਡੀਆ ਤੇ ਚਰਚਾ ਇੱਕ ਹੋਰ ਵੀ ਹੈ, ਉਹਦੇ ਬਾਰੇ ਜ਼ਰੂਰ ਦੱਸਿਓ ਕਿ ਛੋਟਾ ਮੂਸੇਵਾਲਾ ਜੰਮਣ ਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਕੀ ਜਵਾਬ ਮੰਗਿਆ ਜੀ? ਬਿਲਕੁਲ ਪ੍ਰਵੀਨ ਜੀ, ਸਿੱਧੂ ਮੂਸੇਵਾਲੇ ਦੇ ਪਿਤਾ ਇੱਕ ਲਾਈਵ ਕਲਿੱਪ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ ਤੇ ਉਹ ਦੱਸਦੇ ਨੇ ਕਿ ਮੈਨੂੰ ਪਿਛਲੇ 2 ਦਿਨਾਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਤੰਗ ਪਰੇਸ਼ਾਨ ਕਰ ਰਹੇ ਨੇ। ਪੰਜਾਬ ਸਰਕਾਰ ਦੇ ਅਧਿਕਾਰੀ ਮੈਨੂੰ ਤੰਗ ਪਰੇਸ਼ਾਨ ਕਰ ਰਹੇ, ਲਗਾਤਾਰ ਦਸਤਾਵੇਜ਼ ਮੰਗ ਰਹੇ ਨੇ, ਨਿਆਣੇ ਦੀ ਜਾਣਕਾਰੀ ਮੰਗ ਰਹੇ ਨੇ। ਇੱਥੋਂ ਤੱਕ ਕਿ ਮਾਨਸਾ ਦੇ SDM ਬਾਰੇ ਤਾਂ ਪਤਾ ਲੱਗਾ ਕਿ ਹਸਪਤਾਲ ਵੀ ਪਹੁੰਚ ਗਏ ਸੀ, ਬੰਦ ਕਮਰਾ ਵੀ ਮੀਟਿੰਗ ਕਰਕੇ ਨੇ। ਵੈਸੇ ਉਹ ਤਾਂ ਇਹ ਕਹਿੰਦੇ ਨੇ ਕਿ ਮੇਰੀ ਪਰਿਵਾਰ ਨਾਲ ਨੇੜਤਾ, ਮੈਂ ਤਾਂ ਇਸ ਲਈ ਗਿਆ ਸੀ, ਪਰ ਉਹਦੇ ਅਰਥ ਹੋਰ ਵੀ ਕੱਢੇ ਜਾ ਰਹੇ ਨੇ। ਠੀਕ ਹੈ, ਇਹ ਸਾਰੇ ਮਾਮਲੇ ਨੇ। ਇਸ ਜਿੱਦਾਂ ਹੀ ਇਹ ਕਲਿੱਪ ਸਾਹਮਣੇ ਆਇਆ ਤੇ ਵਿਵਾਦ ਖੜਾ ਹੋ ਗਿਆ ਇਸ ਪਹਿਲੂ ਤੇ ਕਿ ਪੰਜਾਬ ਸਰਕਾਰ ਉਹਨਾਂ ਦੀ ਇਸ ਖੁਸ਼ੀ ਦੇ ਵਿੱਚ ਅਚਾਨਕ ਕਿਉਂ ਵਿਘਨ ਪਾ ਰਹੀ ਹੈ। ਜੇਕਰ ਕੋਈ ਜਾਣਕਾਰੀ ਲੈਣੀ ਵੀ ਸੀ ਤਾਂ 19 ਦਿਨ ਤਾਂ ਇੰਤਜ਼ਾਰ ਕੀਤਾ ਜਾ ਸਕਦਾ ਕਿ ਜਦੋਂ ਪਰਿਵਾਰ ਹਸਪਤਾਲ ਤੋਂ ਘਰੇ ਆ ਜਾਵੇ। ਸੋ ਉਹਦਾ ਵੀ ਇੰਤਜ਼ਾਰ ਕਿਉਂ ਨਹੀਂ? ਇਹ ਸਾਰਿਆਂ ਨੂੰ ਪਤਾ ਹੈ ਪ੍ਰਵੀਨ ਜੀ ਕਿ ਸਿੱਧੂ ਮੂਸੇਵਾਲੇ ਨੇ ਪਿਛਲੀ ਵਾਰ ਕਾਂਗਰਸ ਵੱਲੋਂ ਚੋਣ ਲੜੀ ਸੀ। ਸੋ ਜਦੋਂ ਉਹਨਾਂ ਨੇ ਚੋਣ ਲੜੀ ਸੀ ਤਾਂ ਉਹਨਾਂ ਦੀ ਮਾਤਾ ਨੇ ਕਵਰਿੰਗ ਕੈਂਡੀਡੇਟ ਵਜੋਂ ਕਾਗਜ਼ ਭਰੇ ਸੀ ਤੇ ਕਵਰਿੰਗ ਕੈਂਡੀਡੇਟ ਕਾਗਜ਼ ਭਰਨ ਲੱਗਿਆ ਉਹਨਾਂ ਦੀ ਉਮਰ ਉਸ ਸਮੇਂ ਦੇ ਵਿੱਚ 50 ਸਾਲ ਦਿਖਾਈ ਗਈ ਸੀ। ਠੀਕ ਹੈ ਜੀ। ਤਾਂ ਉਹਦਾ ਮਤਲਬ ਅੱਜ ਦੀ ਤਰੀਕ 'ਚ ਉਹਨਾਂ ਦੀ ਉਮਰ 58 ਸਾਲ ਹੈਗੀ ਆ। ਸੋ ਜਿਹੜਾ ਭਾਰਤੀ ਕਾਨੂੰਨ ਹੈ, ਉਹ ਕਾਨੂੰਨ ਜਨਨੀ ਦੇ ਮਾਮਲੇ ਦੇ ਵਿੱਚ ਇਹ ਕਹਿੰਦਾ ਕਿ 21 ਸਾਲ ਤੋਂ ਲੈ ਕੇ 50 ਸਾਲ ਤੱਕ ਦੀਆਂ ਔਰਤਾਂ ਹੀ ਮਾਂ ਬਣ ਸਕਦੀਆਂ। ਠੀਕ ਹੈ ਜੀ। ਤੇ ਉਹਦੇ ਵਿੱਚ ਚਾਹੇ ਉਹ IVF ਵਾਲੀ ਤਕਨੀਕ ਦਾ ਹਵਾਲਾ ਹੋਵੇ ਕਿ 50 ਸਾਲ ਤੋਂ ਉੱਪਰ ਵਾਲੀਆਂ ਮਾਵਾਂ ਨੇ ਜੇਕਰ ਬਣਨਾ ਤਾਂ ਉਹਨਾਂ ਨੂੰ ਅਦਾਲਤੀ ਰੂਪ 'ਚ ਜਾ ਕੇ ਮਨਜ਼ੂਰੀ ਲੈਣੀ ਪਊਗੀ। ਤੇ ਇਸ ਹਵਾਲੇ ਨਾਲ ਕਹਿੰਦੇ ਜੀ ਕਿ ਕੇਂਦਰ ਇਸ ਗੱਲ ਤੋਂ ਵਾਕਿਫ ਹੈ ਕਿ ਹਾਂ, ਉਹਨਾਂ ਦੀ ਮਾਤਾ ਦੀ ਉਮਰ 58 ਸਾਲ ਬਣਦੀ ਹੈ ਤੇ ਪਿਤਾ ਦੀ ਉਮਰ 60 ਸਾਲ ਤੋਂ ਉੱਪਰ ਹੈ। ਸੋ ਇਸ ਲਈ ਫਿਰ ਉਹ ਕਿਸ ਸਥਿਤੀ 'ਚ ਮਾਂ ਬਣੇ ਨੇ। ਸੋ ਇਸ ਲਈ ਕਹਿੰਦੇ ਕਿ ਉਹਨਾਂ ਨੇ ਉਸ ਹਵਾਲੇ ਨਾਲ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਹੈ। ਪਰ ਪ੍ਰਵੀਨ ਜੀ, ਜੇਕਰ ਪੰਜਾਬ ਸਰਕਾਰ ਨੂੰ ਅਜਿਹੀ ਕੋਈ ਕੇਂਦਰ ਤੋਂ ਚਿੱਠੀ ਆਈ ਹੈ ਤੇ ਉਸ ਚਿੱਠੀ ਦਾ ਜਵਾਬ ਚਾਹੀਦਾ ਸੀਗਾ ਤਾਂ ਜੇ ਅਫਸਰਾਂ ਨੇ ਫੋਨ ਵੀ ਕਰਨਾ ਸੀ, ਵੈਸੇ ਤਾਂ ਇਹ ਲਿਖਿਆ ਵੀ ਜਾ ਸਕਦਾ ਸੀ, ਕੇਂਦਰ ਨੂੰ ਕਹਿ ਵੀ ਸਕਦਾ ਸੀ ਜਵਾਬ। ਉਹ ਕਿੰਨੀਆਂ ਕੁ ਤੁਸੀਂ ਪਤਾ ਹੀ ਹੈ ਪੰਜਾਬ ਦੇ ਮਸਲਿਆਂ ਦੀ ਕਿੰਨੀ ਛੇਤੀ ਪੈਰਵੀ ਕਰਦੇ ਹੋ, ਜਿਹੜਾ ਇਸ ਮਸਲੇ ਤੇ ਇੰਨੀ ਕਾਹਲ ਪੈ ਗਈ ਹੈ ਨਾ, ਕਿ ਤੁਸੀਂ ਕੇਂਦਰ ਨੂੰ ਲਿਖ ਵੀ ਸਕਦੇ ਸੀ ਕਿ ਤੁਹਾਨੂੰ ਅਸੀਂ ਅਗਲੇ 15 ਦਿਨਾਂ ਜਵਾਬ ਦੇਵਾਂਗੇ ਜੀ। ਤੇ ਉਹ ਤੋਂ ਬਾਅਦ ਜੇ ਅਫਸਰਾਂ ਨੂੰ ਹਦਾਇਤ ਵੀ ਕੀਤੀ ਤਾਂ ਇਹ ਵੀ ਕਿਹਾ ਜਾ ਸਕਦੀ ਸੀ ਕਿ ਅਫਸਰਾਂ ਨੂੰ ਕਿ ਭਾਈ ਦੱਸ ਦਿਓ ਸਪਸ਼ਟ ਰੂਪ 'ਚ ਕਿ ਕੇਂਦਰ ਵੱਲੋਂ ਇੱਕ ਹੁਕਮ ਆਇਆ ਜੀ, ਅਸੀਂ ਤਾਂ ਉਹਦੇ ਲਈ ਤੁਹਾਨੂੰ ਪੁੱਛਣ ਆਏ ਆ, ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਉਹ ਚਿੱਠੀ ਵੀ ਉਹਨਾਂ ਨੂੰ ਭੇਜਦੇ ਤਾਂ ਕਿ ਇਹ ਸਪਸ਼ਟ ਹੁੰਦਾ। ਪਹਿਲੀ ਨਜ਼ਰੇ ਉਹਨਾਂ ਦੇ ਬਾਪੂ ਵੱਲੋਂ ਜਦੋਂ ਗੱਲ ਰੱਖੀ ਤਾਂ ਉਹਨੂੰ ਲੱਗਿਆ ਕਿ ਪੰਜਾਬ ਸਰਕਾਰ ਤੰਗ ਕਰ ਰਹੀ ਹੈ। ਔਰ ਤੁਸੀਂ ਇਹ ਦੇਖੋ ਕਿ ਜੇ ਕੇਂਦਰ ਵੱਲੋਂ ਵੀ ਚਿੱਠੀ ਆ ਤਾਂ ਪੰਜਾਬ ਦੀ ਭਾਜਪਾ ਲੀਡਰਸ਼ਿਪ ਕਹਿ ਰਹੀ ਹੈ ਕਿ ਧੱਕਾ ਕਰ ਰਹੀ ਹੈ ਜੀ ਪੰਜਾਬ ਸਰਕਾਰ, ਹੈ ਨਾ। ਚਲੋ ਕਾਂਗਰਸ ਦਾ ਮੌਕਾ ਮਿਲੇ ਗਿਆ, ਅਕਾਲੀਆਂ ਦਾ ਮੌਕਾ ਮਿਲੇ ਗਿਆ, ਉਹਨਾਂ ਨੇ ਤਾਂ ਜਦੇ ਮੌਕਾ ਸਾਂਭ ਲਿਆ। ਹਾਂਜੀ ਹਾਂਜੀ, ਬਿਲਕੁਲ। ਤੇ ਪਰ ਇਹ ਸਭ ਦੇ ਬੋਲਣ ਦੇ ਨਾਲ, ਚਾਹੇ ਰਾਜਾ ਵੜਿੰਗ ਬੋਲੇ, ਚਾਹੇ ਪ੍ਰਤਾਪ ਬਾਜਵਾ ਬੋਲੇ, ਤੇ ਚਾਹੇ ਮਜੀਠੀਆ ਬੋਲੇ, ਚਾਹੇ ਚੀਮਾ ਬੋਲੇ, ਚਾਹੇ ਜਾਖੜ ਹੋਰੀ ਬੋਲੇ, ਚਾਹੇ ਉਹਨਾਂ ਦੇ ਵਾਈਸ ਪ੍ਰਧਾਨ ਸੁਭਾਸ਼ ਸ਼ਰਮਾ ਬੋਲੇ, ਕੋਈ ਬੋਲੇ, ਇਹਦੇ ਨਾਲ ਪਰਿਵਾਰ ਦੀ ਮੁਸ਼ਕਲ ਥੋੜਾ ਘਟ ਰਹੀ ਹੈ ਜਿਹੜਾ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਡੇ ਬੋਲਣ ਨਾਲ। ਬਿਲਕੁਲ ਸਹੀ ਹੈ। ਉਹ ਕਹਿੰਦੇ ਕਿ
ਅਸੀਂ ਅਜੇ ਆਪਣੀ ਖੁਸ਼ੀ ਵੀ ਪੂਰੀ ਤਰ੍ਹਾਂ ਨਹੀਂ ਮਨਾ ਪਾ ਰਹੇ ਤੇ ਤੁਸੀਂ ਸਾਨੂੰ ਨਵੀਂ ਟੈਨਸ਼ਨ ਪਾ ਰਹੇ ਹੋ ਕਿ ਜਿਹੜਾ ਬੱਚਾ ਜੰਮ ਗਿਆ ਹੁਣ ਦੱਸੋ ਤੁਸੀਂ ਕੀ ਕਰੋਗੇ। ਤੇ ਇਸ ਪਹਿਲੂ ਤੇ ਸਵਾਲ, ਪਰ ਜਦੋਂ ਮੈਂ ਇਸ ਮਸਲੇ ਥੋੜੇ ਧਿਆਨ ਚ ਹੋਣਾ ਪ੍ਰਵੀਨ ਜੀ, ਜਦੋਂ ਇਹ ਖਬਰ ਪਹਿਲਾਂ ਆਈ ਸੀ ਆਪਾਂ ਇੱਕ ਦਿਨ ਉਸ ਦਿਨ ਵੀ ਚਰਚਾ ਕਰ ਰਹੇ ਸੀ ਕਿ IVF ਦਾ ਇੱਕ ਨਿਯਮ ਹੈ, ਭਾਰਤੀ ਕਾਨੂੰਨ ਦੇ ਅਨੁਸਾਰ ਸਪਸ਼ਟ ਨਿਯਮ ਹੈ ਕਿ 50 ਸਾਲ ਤੋਂ ਪਹਿਲਾਂ ਹੀ ਔਰਤ ਇਸ ਪ੍ਰਕਿਰਿਆ ਰਾਹੀਂ ਵੀ ਜਨਨੀ ਮਾਂ ਬੱਚੇ ਨੂੰ ਜਨਮ ਦੇ ਸਕਦੀ ਆ। ਸੋ ਪਰ ਇਹਦੇ ਵਿੱਚ ਇੱਕ ਨਿਯਮ ਇਹ ਹੈਗਾ ਕਿ ਜੇਕਰ ਵਿਦੇਸ਼ ਚੋਂ ਕੋਈ ਔਰਤ ਪ੍ਰੈਗਨੈਂਟ ਹੋ ਕੇ ਆਉਂਦੀ ਆ, ਚਾਹੇ IVF ਦੀ ਤਕਨੀਕ ਹੋਵੇ ਚਾਹੇ ਕਿਸੇ ਹੋਰ ਤਰੀਕੇ ਨਾਲ ਹੋਵੇ, ਸੋ ਉਸ ਹਵਾਲੇ ਨਾਲ ਇੱਥੇ ਆ ਕੇ ਡਿਲੀਵਰੀ ਹੋ ਸਕਦੀ ਆ। ਹੁਣ ਇਹ ਕੇਸ ਲਗਭਗ ਉਹੀ ਜਿਹਾ ਦੱਸਿਆ ਜਾ ਰਿਹਾ ਜੀ ਕਿ IVF ਦੀ ਤਕਨੀਕ ਦੀ ਸਹਾਇਤਾ ਜਾਂ ਉਹਦੀ ਵਰਤੋਂ ਬਲਕੌਰ ਸਿੰਘ ਔਰ ਉਹਨਾਂ ਦੀ ਧਰਮ ਪਤਨੀ ਨੇ, ਸਿੱਧੂ ਮੂਸੇਵਾਲੇ ਦੀ ਮਾਤਾ ਤੇ ਪਿਤਾ ਨੇ ਇਸ ਤਕਨੀਕ ਦੀ ਵਰਤੋਂ ਵਿਦੇਸ਼ ਤੋਂ ਕੀਤੀ ਹੈ ਤੇ 4 ਮਹੀਨਿਆਂ ਤੋਂ ਬਾਅਦ ਉਹ ਇੱਧਰ ਆ ਕੇ ਫਿਰ ਇੱਥੇ ਡਿਲੀਵਰੀ ਵਾਲਾ ਇੱਥੇ ਹੋਇਆ। ਸੋ ਇਸ ਲਈ ਉਸ ਹਵਾਲੇ ਨਾਲ ਇਹਨਾਂ ਦੀ ਕਾਗਜ਼ੀ ਪੱਤਰ ਦਸਤਾਵੇਜ਼, ਉਹ ਕਹਿੰਦੇ ਕਿ ਜਦੋਂ ਅਸੀਂ ਘਰੇ ਆ ਗਏ ਤੁਹਾਨੂੰ ਸਾਰੇ ਕਾਗਜ਼ ਪੱਤਰ ਉਪਲਬਧ ਕਰਾ ਦਾਂਗੇ, ਹਲੇ ਇਲਾਜ ਚੱਲ ਰਿਹਾ ਬੱਚੇ ਦਾ, ਸਾਰਾ ਕੁਝ ਮਾਂ ਉੱਥੇ ਤੂੰ ਸਾਰੇ, ਇਸ ਲਈ ਕਹਿੰਦੇ ਕਿ ਅਸੀਂ ਅਜੇ ਉਸ ਸਥਿਤੀ 'ਚ ਨਹੀਂ ਹੈਗੇ, ਤੁਹਾਨੂੰ ਜੇ ਇੱਥੋਂ ਤੱਕ ਕਿਹਾ ਬਲਕੌਰ ਸਿੰਘ ਨੇ ਤਾਂ ਕਿ ਜੇ ਲੋੜ ਪਈ ਜੀ ਉਹ ਤੋਂ ਬਾਅਦ ਮੈਨੂੰ ਚਾਹੇ ਜੇਲ੍ਹ ਭੇਜ ਦਿਓ, ਉੱਥੋਂ ਮੈਂ ਪੈਰਵੀ ਕਰ ਲੂੰਗਾ, ਜੇਲ੍ਹ 'ਚੋਂ ਹੀ ਸਾਰੀ ਜਾਣਕਾਰੀ ਤੁਹਾਨੂੰ ਦੇਈ ਜਾਊਂਗਾ, ਮੈਨੂੰ ਜੇਲ੍ਹ ਭੇਜ ਦੇਣ ਮੁੱਖ ਮੰਤਰੀ ਭਗਵੰਤ ਮਾਨ। ਸੋ ਉਹ ਸਿੱਧਾ ਇਸ ਮਸਲੇ ਤੇ ਆਰ ਪਾਰ ਵਾਲਾ ਆ ਗਿਆ, ਜਿਹੜਾ ਆਮ ਆਦਮੀ ਪਾਰਟੀ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ। ਬੇਸ਼ੱਕ ਸਰਕਾਰ ਨੇ ਵਧਾਈਆਂ ਦੇਣ ਦਾ ਵੀ ਦਮ ਭਰਿਆ ਕਿ ਅਸੀਂ ਵਧਾਈ ਦੇ ਰਹੇ ਹਾਂ, ਸੋ ਇਸ ਪਹਿਲੂ ਨੇ ਪੇਚ ਫਸਾਇਆ। ਨਿਯਮ ਭਾਰਤੀ ਨਿਯਮ ਅਨੁਸਾਰ ਤਾਂ ਇਹ ਵੀ ਹੈ ਕਿ ਜੀ ਕਹਿੰਦੇ ਇਹਦੇ ਪਿੱਛੇ ਇਹ ਵੀ ਹੁੰਦਾ ਕਿ ਸਰਕਾਰ ਨੂੰ ਫਿਕਰ ਹੁੰਦਾ ਕਿ ਜਦੋਂ ਬੱਚੇ ਨੂੰ ਜਨਮ ਦਿੰਦੀ ਆ ਮਾਤਾ ਤਾਂ ਉਹਦੇ ਵਿੱਚ ਕਿੰਨੇ ਧਾਤਾਂ ਦੀ, ਕਿੰਨੀਆਂ ਵਿਟਾਮਿਨਾਂ ਦੀ ਕਮੀ ਆ ਜਾਂਦੀ ਆ। ਸੋ ਇਸ ਲਈ ਕਹਿੰਦੇ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਗੱਲ ਦੇ ਉੱਤੇ ਔਰਤ ਦਾ ਧਿਆਨ ਰੱਖਣਾ। ਮਤਲਬ 50 ਸਾਲ ਤੋਂ ਪਹਿਲਾਂ ਜਿਹੜੀਆਂ ਔਰਤਾਂ ਜਨਮ ਦਿੰਦੀਆਂ ਨੇ ਜਾਂ 50 ਸਾਲ ਤੋਂ ਬਾਅਦ ਵਾਲੇ ਕੇਸ ਵੀ ਕਈ ਵਾਰ ਸਾਹਮਣੇ ਆ ਜਾਂਦੇ ਨੇ ਪ੍ਰਵੀਨ ਜੀ ਅਕਸਰ, ਹੈ ਨਾ। ਰੂਟੀਨ 'ਚ ਜੇਕਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਹਾਂ ਔਰਤ ਜਿਹੜੀ ਮਾਂ ਬਣ ਰਹੀ ਆ ਉਹ 'ਚ ਵਿਟਾਮਿਨ ਦੀ ਕਮੀ ਤਾਂ ਨਹੀਂ, ਕੁਛ ਨੂੰ ਕਿੰਨੀਆਂ ਕੁ ਨੂੰ ਸ਼ੀਸ਼ੀਆਂ ਦੇਣ ਆਉਂਦੀ ਆ ਸਰਕਾਰ ਵਿਟਾਮਿਨ ਵਾਲੀਆਂ, ਬਿਲਕੁਲ ਸਹੀ ਹੈ ਜੀ ਜੀ, ਕਿੰਨਿਆਂ ਕੁ ਦੀ ਸਿਹਤ ਦਾ ਪਤਾ ਹੀ ਆਪਾਂ ਨੂੰ ਕਿ ਹਾਂ ਕਿਹੋ ਜਿਹਾ ਪੰਜਾਬ ਸਿਸਟਮ ਹੈ ਜਾਂ ਦੇਸ਼ 'ਚ ਕਿਹੋ ਜਿਹਾ ਸਿਸਟਮ ਹੈ ਸਿਹਤ ਵਾਲਾ। ਸੋ ਇਸ ਮਾਮਲੇ ਦੇ ਉੱਤੇ ਇਹ ਹਾਈ ਪ੍ਰੋਫਾਈਲ ਮਾਮਲਾ ਜੀ, ਚਰਚਿਤ ਪਰਿਵਾਰ ਹੈ ਤੇ ਕੇਂਦਰ ਸਰਕਾਰ ਇਸ ਲਈ ਉੱਥੇ ਸਿਹਤ ਮੰਤਰਾਲਾ ਕਹਿੰਦਾ ਕਿ ਜੀ ਆਈਕੋਨ ਪਰਿਵਾਰ ਹੈ, ਇਸ ਲਈ ਲੋਕ ਇਸ ਨੂੰ ਧਾਰਨਾ ਹੀ ਨਾ ਬਣਾ ਲੈਣ। ਇਸੇ ਤਰ੍ਹਾਂ ਦਾ ਜਦੋਂ ਕਿ ਪ੍ਰਵੀਨ ਜੀ ਸੱਚ ਜਾਣਿਓ ਜੀ, ਪੰਜਾਬ ਦੇ, ਚੰਡੀਗੜ੍ਹ ਦੇ, ਹਰਿਆਣਾ, ਦਿੱਲੀ ਤੱਕ ਦੇ ਵੱਡੇ ਨਾਮੀ ਗ੍ਰਾਮੀ ਹਸਪਤਾਲ ਜਿਹੜੇ ਖਾਸ ਕਰਕੇ ਬੱਚਿਆਂ ਵਾਲੇ ਕੇਸ ਕਰਦੇ ਨੇ, ਹੈਨਾ, ਡਿਲੀਵਰੀ ਵਾਲੇ ਮਾਮਲਿਆਂ 'ਚ ਕੇਸ ਕਰਦੇ ਨੇ ਜਾਂ ਪ੍ਰੈਗਨੈਂਟ ਹੋਣ ਤੋਂ ਬਾਅਦ ਔਰਤਾਂ ਦੇ ਇਲਾਜ ਲਈ ਜਾਣੇ ਜਾਂਦੇ ਨੇ, ਔਰਤ ਸਪੈਸ਼ਲਿਸਟ ਨੇ, ਉਹਨਾਂ ਦੇ ਬਾਹਰ ਤੁਹਾਨੂੰ ਇਹੋ ਜਿਹੇ ਗੈਂਗ ਸਰਗਰਮ ਮਿਲ ਜਾਣਗੇ ਹਸਪਤਾਲ ਦੇ ਬਾਹਰ ਹੀ, ਪਾਰਕਿੰਗ 'ਚ, ਕਮਿਸਤੀਆਂ ਦੁਕਾਨਾਂ ਤੇ, ਕੰਟੀਨ 'ਚ, ਦਰਵਾਜ਼ੇ ਕੋਲੋਂ, ਅੰਦਰੋਂ ਹੀ ਜਦੋਂ ਹੀ ਚੈੱਕ ਕਰਾ ਕੇ ਨਿਕਲਦੇ ਹੋ ਉੱਥੋਂ ਹੀ ਕਈ ਨਰਸਾਂ ਨੂੰ ਨਾਲ ਮਿਲਾਇਆ, ਉਹ ਦੱਸਦੇ ਨੇ ਬਾਹਰ ਜਾ ਕੇ ਉਹਨੂੰ ਮਿਲ ਲਓ, ਅੱਛਾ ਤੁਹਾਡੇ ਬੱਚਾ ਨਹੀਂ ਹੁੰਦਾ IVF ਰਾਹੀਂ ਅਸੀਂ ਕਰਾ ਦੇਵਾਂਗੇ। ਸਾਰਾ ਕੁਝ ਹੋ ਰਿਹਾ ਉਰੇ, ਸਾਰਾ ਕੁਝ ਹੋ ਰਿਹਾ, ਬਿਲਕੁਲ ਸਹੀ ਹੈ। ਉਹ ਬਰਕਰਾਰ ਹੈ, ਸ਼ਰੇਆਮ ਦਿਖਦਾ ਹੈ, ਹਸਪਤਾਲਾਂ ਦੇ ਵਿੱਚ ਖੜੇ ਦਿਖਦੇ ਨੇ, ਬੋਲਦੇ ਦਿਖਦੇ ਨੇ, ਕਲਿੱਪ ਆ ਜਾਂਦੇ ਨੇ, ਵੀਡੀਓ ਆ ਜਾਂਦੀਆਂ ਨੇ, ਪਰ ਤਾਂ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ, ਕਿਉਂਕਿ ਉਹ ਕਿੱਥੇ ਤੱਕ ਕਮਿਸ਼ਨ ਸੈੱਟ ਆ ਸਾਰਿਆਂ ਨੂੰ ਪਤਾ। ਇਹ ਹਾਈ ਪ੍ਰੋਫਾਈਲ ਮਾਮਲਾ, ਮਤਲਬ 2 ਸਾਲ ਬਾਅਦ ਘਰੇ ਉਹਨਾਂ ਦੇ ਅੱਜ ਖੁਸ਼ੀ ਦਾ ਮੌਕਾ ਆਇਆ, ਮਤਲਬ ਇੰਨੀ ਦੇਰ ਬਾਅਦ, ਚਾਹੇ ਉਹ ਸਿੱਧੂ ਮੂਸੇਵਾਲੇ ਦੀ ਪੀੜ ਨੂੰ ਇੰਨੀ ਛੇਤੀ ਨਹੀਂ ਭੁਲਾ ਸਕਦੇ ਕਿ ਜਵਾਨ ਪੁੱਤ ਤੋਰਨਾ, ਪਰ ਫਿਰ ਵੀ ਘਰੇ ਮੈਨੂੰ ਲੱਗਦਾ 2 ਸਾਲ ਬਾਅਦ ਬੂੰਦੀ ਵਾਲੇ ਲੱਡੂ ਆਏ ਹੋਣੇ ਤੇ ਤੁਸੀਂ ਅਜੇ ਉਸ ਦਾ ਉਹਨਾਂ ਨੂੰ ਆਨੰਦ ਵੀ ਨਹੀਂ ਲੈਣ ਦੇ ਪਾ ਰਹੇ। ਤੁਸੀਂ ਅਜਿਹੀ ਤਕਨੀਕ 'ਚ ਨਾ ਤਾਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਕਿਤੇ ਚੱਲਿਆ, ਨਾ ਉਹ ਜਵਾਕ ਕਿਤੇ ਚੱਲਿਆ, ਸੋ ਤੁਸੀਂ ਉਸ ਨੂੰ ਹਫ਼ਤਾ ਖੰਡ, ਮਹੀਨਾ ਖੰਡ ਰੋਕ ਕੇ ਹੀ ਪੁੱਛ ਸਕਦੇ ਜੇ ਪੁੱਛਣਾ ਹੀ ਸੀ। ਸੋ ਇਹ ਮਤਲਬ ਕਿ ਜਿਵੇਂ ਪੰਜਾਬ ਸਰਕਾਰ, ਪੰਜਾਬ ਦੇ ਅਫਸਰ ਮੌਕਾ ਹੀ ਭਾਲਦੇ ਸੀ ਕਿ ਲੈ ਵੀ ਬਹਾਨਾ ਮਿਲਿਆ ਕਰੋ ਤੰਗ ਜੀ, ਬਿਲਕੁਲ। ਚਾਹੇ ਕੀਤੀ ਕਰਾਈ ਸਾਰੀ ਕੇਂਦਰ ਦੀ ਆ, ਪਰ ਗੱਲ ਆਪਣੇ ਪਵਾ ਲਈ। ਸੋ ਇਸ ਲਈ ਇਹ ਵਿਵਹਾਰ ਚੰਗਾ ਨਹੀਂ ਲੱਗਿਆ। ਸਵਾਲ ਕਾਨੂੰਨ ਦਾ ਨਹੀਂ, ਸਵਾਲ ਢੰਗ ਤਰੀਕੇ ਦਾ ਹੈ। ਜੀ ਜੀ, ਬਿਲਕੁਲ। ਤੇ ਅਮਲਾ ਹੁੰਦਾ ਹੀ ਕਾਹਦੇ ਵਾਸਤੇ ਹੈ ਸ਼ਰਮਾ ਜੀ, ਦੇਖਿਆ ਜਾਵੇ ਅਮਲਾ ਇਸੇ ਤਰ੍ਹਾਂ ਹੁੰਦਾ, ਉਹ ਸਥਿਤੀਆਂ ਨੂੰ ਦੇਖ ਕੇ ਹੀ ਕੁਛ ਅੰਦਾਜ਼ਾ ਲਾਉਂਦਾ, ਉਸ ਤੋਂ ਬਾਅਦ ਚੀਜ਼ਾਂ ਨੂੰ ਪ੍ਰੋਸੀਡ ਕਰਦਾ ਹੈ। ਆਪਾਂ ਦੇਖਦੇ ਹਾਂ ਆਮ ਲੋਕ ਵੀ ਨਾ ਕਈ ਵਾਰੀ ਕਿਸੇ ਨਾਲ ਕੋਈ ਰਾਜ਼ੀਨਾਮੇ ਦੀ ਗੱਲ ਹੁੰਦੀ ਹੈ ਜਾਂ ਕਿਸੇ ਨਾਲ ਕੋਈ ਹੋਰ ਝਗੜਾ ਹੁੰਦਾ, ਪਿੰਡਾਂ ਦੇ ਵਿੱਚ ਆਪਾਂ ਦੇਖਿਆ
ਪਾਣੀਆਂ ਦੀਆਂ ਵਾਰੀਆਂ ਦੇ ਝਗੜੇ, ਹੋਰ ਝਗੜੇ। ਪਰ ਜੇਕਰ ਕੋਈ ਅਗਲੇ ਦੇ ਘਰੇ ਕੋਈ ਖੁਸ਼ੀ ਦਾ ਮਾਹੌਲ ਹੈ, ਮੰਨ ਲਓ ਕੋਈ ਵਿਆਹ ਰੱਖਿਆ ਹੋਇਆ ਹੈ ਜਾਂ ਕੋਈ ਗਮੀ ਆ ਗਈ ਕਿਸੇ ਤਰ੍ਹਾਂ ਦੀ, ਕੋਈ ਅਚਨਚੇਤ ਕੋਈ ਡੈਥ ਹੋ ਗਈ, ਤਾਂ ਲੋਕ ਟਾਲ ਦਿੰਦੇ ਆ ਕਿ ਯਾਰ ਇਹ ਤਾਂ ਚਲੋ ਕੋਈ ਨਾ, ਇਹ ਤਾਂ ਸਮਾਜਿਕ ਕੰਮ ਹੈ, ਚੱਲੀ ਜਾਣਾ ਜ਼ਿੰਦਗੀ ਨਾਲ, ਪਹਿਲਾਂ ਆਹ ਕੰਮ। ਪ੍ਰਵੀਨ ਜੀ ਜੇ ਕੋਈ ਧਿਰ ਪਹੁੰਚ ਵੀ ਜਾਂਦੀ ਹੈ ਸਰਪੰਚ ਕੋਲ, ਥਾਣੇ ਕੋਲ, ਤਾਂ ਉਹ ਧਿਰ ਆਪ ਕਹਿੰਦੀ ਹੈ ਕਿ ਕੋਈ ਨਾ ਭਾਈ ਇੰਨੀ ਤਰੀਕ ਤੱਕ ਉਹਨਾਂ ਦਾ ਕੰਮ ਨਿਬੜ ਲਵੇ, ਉਹ ਤੋਂ ਬਾਅਦ ਗੱਲ ਕਰਾਂਗੇ। ਇਹ ਤੋਂ ਬਾਅਦ ਗੱਲ ਕਰਾਂਗੇ, ਅਕਸਰ ਹੀ ਕਹਿ ਦਿੱਤਾ ਜਾਂਦਾ। ਆਪਾਂ ਪੇਂਡੂ ਸੱਭਿਆਚਾਰ ਦੇ ਵਿੱਚ ਇਹ ਚੀਜ਼ ਅਕਸਰ ਹੀ ਦੇਖਦੇ ਹਾਂ। ਲੜਾਈਆਂ ਝਗੜੇ ਚਲੋ ਲੋਕਾਂ ਦੇ ਨਾਲ ਹੀ ਚੱਲਦੇ ਆ, ਆਪਾਂ ਦੇਖਦੇ ਆ ਜੁਗਾ ਜਗਾਂਤਰਾਂ ਤੋਂ ਚੱਲੇ ਹੀ ਆ ਰਹੇ ਆ। ਪਰ ਫਿਰ ਵੀ ਮੌਕਾ ਜਿਹਨੂੰ ਕਹਿੰਦੇ ਮੌਕਾ ਵਿਚਾਰਨਾ, ਇਹ ਲੋਕ ਵਿਚਾਰ ਲੈਂਦੇ, ਪਰ ਸਰਕਾਰਾਂ ਪਤਾ ਨਹੀਂ ਕਿਉਂ ਇੰਨੀਆਂ ਗੈਰ ਇਖਲਾਕੀ ਹੋਈਆਂ ਫਿਰਦੀਆਂ। ਗੱਲ ਕਰੀਏ ਅਕਾਲੀ ਭਾਜਪਾ ਗੱਠਜੋੜ ਦੀ, ਬਾਦਲ ਸਾਹਿਬ ਤਾਂ ਦੁਨੀਆ 'ਚ ਨਹੀਂ ਰਹੇ, ਉਹ ਤਾਂ ਪਤੀ ਪਤਨੀ ਵਾਲਾ ਰਿਸ਼ਤਾ ਵੀ ਕਈ ਵਾਰੀ ਕਹਿ ਜਾਂਦੇ ਹੁੰਦੇ ਸੀ। ਪਿਛਲੇ 1.5-2 ਮਹੀਨਿਆਂ ਤੋਂ ਸ਼ਰਮਾ ਜੀ ਪਰਿਸਥਿਤੀਆਂ ਬਹੁਤ ਬਦਲ ਰਹੀਆਂ ਨੇ। ਕਦੇ ਐਲਾਨ ਹੋਣਾ ਹੀ ਬਾਕੀ ਹੁੰਦਾ, ਕਦੇ ਇਹ ਕਿਹਾ ਜਾਂਦਾ ਕਿ ਲਓ ਜੀ ਕਰੋ ਤਿਆਰੀ 13 ਦੇ 13 ਤੇ, ਅਕਾਲੀ ਦਲ ਵੀ ਕਹਿ ਦਿੰਦਾ, ਉਹ ਵੀ ਥੱਪੜਾ ਦੇ ਦਿੰਦਾ। ਸੋ ਅਜਿਹੀਆਂ ਪਰਿਸਥਿਤੀਆਂ ਦੇ ਵਿੱਚ ਅਮਿਤ ਸ਼ਾਹ ਦਾ ਬਿਆਨ ਆਇਆ ਜੀ, ਕੀ ਕਹਿੰਦੇ ਅਮਿਤ ਸ਼ਾਹ? ਪ੍ਰਵੀਨ ਜੀ ਆਪਾਂ ਇਸੇ ਪ੍ਰੋਗਰਾਮ 'ਚ ਹਫ਼ਤਾ ਕੁ ਪਹਿਲਾਂ ਇੱਕ ਦਿਨ ਗੱਲ ਕੀਤੀ ਸੀ ਕਿ ਆ ਲਓ ਭਾਈ ਸਵੇਰ ਨੂੰ ਐਲਾਨ ਹੋ ਜਾਣਾ। ਹਾਂਜੀ ਅਮਿਤ ਸ਼ਾਹ ਹੋਰਾਂ ਕੋਲ ਚੱਲੇ ਨੇ, ਸੁਖਬੀਰ ਬਾਦਲ ਦਿੱਲੀ ਮੀਟਿੰਗ ਤੈਅ ਆ ਕੀਤੀ ਸੀ ਬਿਲਕੁਲ, ਤੇ ਉਸ ਦਿਨ ਸੁਖਬੀਰ ਬਾਦਲ ਨਹੀਂ ਗਏ ਤੇ ਦਿੱਲੀ 'ਚ ਬੈਠਕ ਨਹੀਂ ਹੋਈ ਤੇ ਐਲਾਨ ਨਹੀਂ ਹੋਇਆ। ਉਸ ਤੋਂ ਬਾਅਦ ਮੈਨੂੰ ਕਈ ਸਾਥੀਆਂ ਨੇ ਕਿਹਾ ਕਿ ਭਾਜੀ ਤੁਸੀਂ ਛੇਤੀ ਉਹ ਗੱਲ ਕਰਤੀ ਹੈ ਜੀ, ਤਾਂ ਕੋਈ ਗੱਲੇ ਨਹੀਂ ਸੀ। ਜਦੋਂ ਕਿ ਮੇਰੇ ਕੋਲ ਅੱਜ ਵੀ ਉਹ ਖਬਰ ਹੈ ਕਿ ਹਾਂ ਭਾਈ 4 ਤੋਂ 5 ਬੈਠਕਾਂ ਦਿੱਲੀ 'ਚ ਹੋ ਚੁੱਕੀਆਂ ਨੇ, ਅਕਾਲੀ ਭਾਜਪਾਈਆਂ ਦੀਆਂ ਵੱਡੀ ਲੀਡਰਸ਼ਿਪ ਦੀਆਂ ਹੋ ਚੁੱਕੀਆਂ ਨੇ, ਉਹ ਤਰੀਕ ਸਮਾਂ ਤੈਅ ਸੀ। ਤੇ ਪਰ ਉਹਦੇ ਪਿੱਛੇ ਆਪਾਂ ਦੂਸਰੇ ਦਿਨ ਆਪਾਂ ਗੈਰ ਰਸਮੀ ਗੱਲ ਵੀ ਕਰ ਰਹੇ ਸੀ ਕਿ ਹਾਂ ਅਮਿਤ ਸ਼ਾਹ ਨੇ ਉਹ ਮੀਟਿੰਗ ਟਾਲੀ ਆ। ਪਰ ਹੁਣ ਤਾਂ ਉਹਨਾਂ ਧਿਰਾਂ ਨੂੰ ਵੀ ਜਵਾਬ ਮਿਲ ਗਿਆ ਹੋਣਾ ਕਿ ਭਾਈ ਹੁਣ ਤਾਂ ਅਮਿਤ ਸ਼ਾਹ ਖੁਦ ਬੋਲ ਰਿਹਾ ਕਿ ਹਾਂ ਤੁਹਾਡੀ ਗੱਲ ਚੱਲ ਰਹੀ ਆ। ਸੋ ਇਹ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੁੰਦਾ ਕਿ ਇਹੀ ਹੁੰਦਾ ਕਿ ਰਾਜਨੀਤੀ ਦੇ ਵਿੱਚ ਜਿਹੜੇ ਫੈਸਲੇ ਐਨ ਮੌਕੇ ਤੇ ਆ ਕੇ, ਮਤਲਬ ਇੱਥੇ ਤਾਂ ਟਿਕਟਾਂ ਮਿਲਣ ਤੋਂ ਬਾਅਦ ਰੱਦ ਹੋ ਜਾਂਦੀਆਂ। ਬਿਲਕੁਲ ਜੀ, ਐਲਾਨ ਹੈ ਔਰ 2 ਧਿਰਾਂ ਦਾ ਗੱਠਜੋੜ ਹੈ। ਇੱਕ ਸਮਾਂ ਸੀਗਾ ਕਿ ਬੀਬੀ ਹਰਸਿਮਰਤ ਕੌਰ ਕਾਹਲੀ ਸੀ ਕਿ ਗੱਠਜੋੜ ਛੇਤੀ ਹੋ ਜਾਵੇ, ਤੇ ਇੱਕ ਸਮਾਂ ਉਹ ਆਇਆ ਕਿ ਬੀਬੀ ਹਰਸਿਮਰਤ ਕੌਰ ਹੀ ਪਿੱਛੇ ਹਟ ਰਹੀ ਸੀ ਕਿ ਨਾ ਅਜੇ ਨਾ ਜਾਇਓ ਸੁਖਬੀਰ ਜੀ, ਅਜੇ ਰੁਕ ਜਾਓ। ਸ਼ੁਭ ਕਰਨ ਵਾਲੇ ਮਾਮਲੇ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਡਰ ਗਏ ਸੀ। ਉਹਨਾਂ ਨੇ ਕਿਹਾ ਕਿ ਨਹੀਂ ਅਜੇ ਸਮਾਂ ਨਹੀਂ ਹੈ, ਸਾਨੂੰ ਜੇ ਫਿਰ ਪਿੰਡਾਂ 'ਚ ਨਾ ਵੜਨ ਦਿੱਤਾ ਫਿਰ ਆਪਾਂ ਕੀ ਕਰਾਂਗੇ। ਉਹ ਤਸਵੀਰਾਂ ਦੇ ਨਾਲੋਂ ਅਜੇ ਟਾਲਣਾ ਸਮਾਂ ਸਹੀ ਹੈ। ਤੇ ਜਦੋਂ ਕਿ ਉਸ ਸਮੇਂ ਸਥਿਤੀ ਲਗਭਗ ਪੂਰੀ ਨਿਬੜ ਗਈ ਸੀ ਕਿ ਹਾਂ ਗੱਠਜੋੜ ਐਲਾਨ ਹੋ ਜਾਣਾ, ਤੇ ਇਹ ਸਾਰੀ ਸਥਿਤੀ ਨੇ ਸਮਾਂ ਬਦਲਿਆ। ਤੇ ਫਿਰ ਇੱਕ ਵਾਰ ਫਿਰ ਉਹ ਸਥਿਤੀ ਆ ਗਈ ਕਿ ਜਦੋਂ ਗੱਲ ਟੁੱਟ ਗਈ ਲਗਭਗ ਆ ਕੇ ਕਿ ਹਾਂ, ਕਿਉਂਕਿ ਲਗਾਤਾਰ ਕੱਲ ਇੱਕ ਉਸ ਲਾਈਨ ਦੇ ਵਿੱਚ ਇੱਕ ਲਾਈਨ ਸੁਣਿਓ ਜੀ, ਅਮਿਤ ਸ਼ਾਹ ਕਹਿੰਦੇ ਕਿ ਨੈਗੋਸ਼ੀਏਸ਼ਨ ਜਾਰੀ ਹੈ ਜੀ। ਲਗਾਤਾਰ ਗੱਲ ਕਰ ਰਹੇ ਸੀ ਕਿ ਮਾਮਲਾ 7-6 ਔਰ 8-5 ਤੇ ਫਸਿਆ। ਲਗਭਗ ਗੱਠਜੋੜ 8-5 ਤੇ ਤੈਅ ਆ, ਬਸ਼ਰਤੇ ਕਿ ਭਾਜਪਾ 6 ਸੀਟਾਂ ਤੇ ਅੜੀ ਆ ਕਿ ਅਸੀਂ 6 ਲੈਣੀਆਂ। ਚੰਡੀਗੜ੍ਹ ਵਾਲੀ ਮਿਲਾ ਕੇ ਉਹ ਕਹਿੰਦੇ 14 ਬਣਦੀਆਂ ਨੇ, 7-7 ਬਰਾਬਰ ਵੰਡ ਲਓ। ਠੀਕ ਹੈ ਜੀ। ਚੰਡੀਗੜ੍ਹ ਵਾਲੀ ਅਸੀਂ ਲੜ ਰਹੇ ਹਾਂ ਤੇ ਸਾਨੂੰ ਪੰਜਾਬ 'ਚ 6 ਸਾਨੂੰ ਦੇ ਦਿਓ, ਸਾਡੀਆਂ 7 ਹੋ ਗਈਆਂ, 7 ਤੇ ਤੁਸੀਂ ਲੜ ਲਓ। ਕਹਿਣ ਨੂੰ ਤੁਸੀਂ ਬੜੇ ਭਾਈ ਵੀ ਹੋ ਗਏ ਕਿ 7 ਤੁਹਾਡੇ ਕੋਲ 1 ਵੱਧ ਹੈ। ਅਕਾਲੀ ਦਲ ਇਸ ਗੱਲ ਤੇ ਅੜਿਆ ਸੀ ਕਿ ਤੁਸੀਂ ਸੰਗਰੂਰ ਵਾਲੀ ਸੀਟ ਦੇ ਲਈ, ਪਰਮਿੰਦਰ ਢੀਂਡਸੇ ਲਈ ਜ਼ੋਰ ਜਮਾਇਸ਼ ਕਰ ਰਹੇ ਸੀਗੇ, ਉਹ ਸੀਟ ਅਸੀਂ ਦੇ ਦੇਣੀ ਆ, ਇਸ ਲਈ ਹੁਣ ਤੁਹਾਡੀਆਂ 5 ਬਣਦੀਆਂ। ਉਹ ਕਹਿੰਦੇ ਨਾ, ਉਹਨੂੰ ਐ ਨਹੀਂ ਅਸੀਂ ਉਹਨੂੰ ਗਿਣਨਾ, ਉਹ ਤਾਂ ਹੁਣ ਤੁਹਾਡੇ ਚਲਾ ਗਿਆ, ਸਾਨੂੰ ਸਾਡੀਆਂ 6 ਦਿਓ। ਸੋ ਇਸ ਮਸਲੇ ਤੇ ਪੇਚ ਫਸਿਆ। ਪ੍ਰਵੀਨ ਜੀ ਆਪਾਂ ਲਗਾਤਾਰ ਗੱਲ ਕਰ ਰਹੇ ਸੀਗੇ ਕਿ ਉਹ ਕਹਿੰਦੇ ਅਨੰਦਪੁਰ ਸਾਹਿਬ, ਉਹ ਕਹਿੰਦੇ ਜਲੰਧਰ, ਉਹ ਕਹਿੰਦੇ ਲੁਧਿਆਣਾ। ਸੋ ਆਹ 3 ਸੀਟਾਂ ਜਿਹੜੀਆਂ ਸੀਗੀਆਂ ਇਹ ਨਵੀਆਂ ਮੰਗ ਰਹੇ ਸੀ ਉਹ, ਤੇ ਜਦੋਂ ਕਿ 4 ਆਪਣੇ ਵੱਲੋਂ ਉਹਨਾਂ ਨੇ ਡਿਕਲੇਅਰ ਕਰ ਲਈਆਂ ਸੀਗੀਆਂ। ਇਹ ਤੋੜਨ ਦਾ ਤਰੀਕਾ, ਸਮਝੌਤਾ ਕਰਨ ਦਾ ਤਰੀਕਾ ਇਹੀ ਹੁੰਦਾ ਨਾ ਕਿ ਜੇ ਪਹਿਲਾਂ ਹੀ ਪੂਰੀਆਂ ਮੰਗੀਆਂ ਫਿਰ ਅਗਲਾ ਉਹ ਤੋਂ ਵੀ ਘਟਾ ਕੇ ਦਊਗਾ। ਸੋ ਇੱਕ ਦੀ ਵੱਧੇ ਮੰਗੋ। 3 ਸੀਟਾਂ ਤੇ ਉਹ ਲੜਦੇ ਨੇ, ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ। ਚੌਥੀ ਪਟਿਆਲੇ ਵਾਲੀ ਕੈਪਟਨ ਨੇ ਆਪੇ ਲਾਂਤੀ ਸੀ ਕਿ ਮੇਰੀ ਘਰ ਵਾਲੀ ਤਾਂ ਲੜ ਰਹੀ ਹੈ ਜੀ ਪਰਨੀਤ ਕੌਰ ਭਾਜਪਾ ਦੀ ਟਿਕਟ ਤੋਂ। ਸੋ 4 ਤਾਂ ਹੋ ਹੀ ਗਈਆਂ, ਉਹ ਤੋਂ ਬਿਨਾਂ 3 ਤੇ ਹੋਰ ਪੇਜ ਫਸਾ ਲਿਆ ਕਿ 3 ਚੋਂ 1 ਜਾਂ 2 ਤਾਂ ਦੇ ਕੇ ਜਾਣਗੇ ਨਾ ਫਿਰ। ਸੋ ਹੁਣ ਉਹ ਕਹਿੰਦੇ ਅਨੰਦਪੁਰ ਸਾਹਿਬ ਵਾਲਾ ਹਲਕਾ ਛੱਡਣ ਲਈ ਤਿਆਰ ਨੇ, ਕਿਉਂਕਿ ਪ੍ਰੇਮ ਸਿੰਘ ਚੰਦੂ ਮਾਜਰੇ ਹੋਰਾਂ ਦਾ ਵੀ ਭਾਜਪਾ ਨਾਲ ਖਾਸਾ ਪ੍ਰੇਮ ਹੈ ਜੀ। ਤੇ ਉਹ ਸਾਰਿਆਂ ਨੂੰ ਪਤਾ ਕਿ ਉਹ ਪ੍ਰੇਮ ਕਈ ਵਾਰ ਸਰਹੱਦਾਂ ਤੋੜਨ ਲਈ ਵੀ ਤਿਆਰ ਸੀ, ਫਿਰ ਰੁਕ ਜਾਂਦਾ ਸੀ ਕਿ ਹਾਂ ਰਹਿਣ ਦੋ ਜੇ ਨਹੀਂ ਜਾਣਾ। ਸੋ ਇਹ ਇਸ ਲਈ ਕਹਿੰਦੇ ਕਿ ਉੱਥੋਂ ਉਹਨਾਂ ਨੇ ਲੜਨਾ, ਤੇ ਇਸ ਲਈ ਭਾਜਪਾ ਨੇ ਉਹਦੇ ਪਰ ਦਾਅਵਾ ਛੱਡਤਾ। ਪਰ ਉਹਨਾਂ ਦਾ ਜਲੰਧਰ ਤੇ ਲੁਧਿਆਣਾ ਤੇ ਦਾਅਵਾ ਅਜੇ ਵੀ ਹੈ,
ਉਹ ਲੁਧਿਆਣਾ ਨੂੰ ਇੱਕ ਤਾਂ ਵਪਾਰੀ ਸੀਟ, ਹਿੰਦੂ ਸੀਟ, ਤੇ ਦੂਜਾ ਉੱਥੇ ਬਾਹਰਲੇ ਸੂਬਿਆਂ ਤੋਂ ਜਿਹੜੀ ਵੱਡੀ ਗਿਣਤੀ 'ਚ ਭਾਈਚਾਰਾ ਬੈਠਾ ਉੱਥੇ, ਚਾਹੇ ਉਹ ਲੇਬਰ ਦੇ ਰੂਪ 'ਚ ਹੈ, ਚਾਹੇ ਹੋਰ ਕਾਰੋਬਾਰੀ ਦੇ ਰੂਪ 'ਚ ਹੈ। ਸੋ ਇਸ ਲਈ ਕਹਿੰਦੇ ਉਹਨਾਂ ਤੇ ਨਜ਼ਰ ਹੈ। ਤੇ ਜਲੰਧਰ ਨੂੰ ਭਾਜਪਾ ਆਪਣਾ ਗੜ੍ਹ ਮੰਨ ਕੇ ਚੱਲਦੀ ਆ ਕਿ ਸ਼ਹਿਰੀ ਸੀਟ ਤੇ ਅਸੀਂ ਪਹਿਲਾਂ ਵੀ ਇੱਥੋਂ ਐਮਐਲਏ ਸਾਡੇ ਚੰਗੇ ਜਿੱਤਦੇ ਰਹੇ ਨੇ। ਸੋ ਇਸ ਲਈ 2 ਸੀਟਾਂ ਤੇ ਅਜੇ ਵੀ ਪੇਚ ਫਸਾਇਆ। ਇੰਜ ਉਹ ਆਪਣੀਆਂ 6 ਦੀਆਂ 6 ਸੀਟਾਂ ਤੇ ਅੜੇ ਨੇ। ਠੀਕ ਹੈ ਜੀ। ਤੇ ਅਕਾਲੀ ਦਲ 5 ਦੇਣ ਲਈ ਤਿਆਰ ਆ, ਤੇ 5 ਚੋਂ ਕਹਿੰਦਾ ਠੀਕ ਹੈ ਇੱਕ ਪਟਿਆਲਾ ਲੈ ਲਓ ਤੇ ਇੱਕ ਜਲੰਧਰ ਲੁਧਿਆਣੇ ਚੋਂ ਇੱਕ ਦੇਾਂਗੇ। ਸੋ ਇਹ ਸਥਿਤੀ ਦੇ ਵਿੱਚ ਜਦੋਂ ਕਿ ਚਰਚਾ ਤਾਂ ਇਹ ਵੀ ਹੈ ਕਿ ਜੇ 13 ਦੀਆਂ 13 ਲੜਦੇ ਨੇ ਤਾਂ ਕਹਿੰਦੇ ਮਨਪ੍ਰੀਤ ਬਾਦਲ ਬਠਿੰਡੇ ਤੋਂ ਚੋਣ ਲੜਨਗੇ, ਪਰ ਇੱਕ ਹੀ ਭਾਜਪਾ ਵੱਲੋਂ ਲੜਨਗੇ। ਪਿਛਲੀ ਵਾਰ ਕਾਂਗਰਸ ਵੱਲੋਂ ਲੜੇ ਸੀ ਬਿਲਕੁਲ। ਸੋ ਇਹ ਸਥਿਤੀ ਕਦੋਂ ਕਿੱਧਰ ਨੂੰ ਚਲੀ ਜਾਵੇ ਕਿਸੇ ਨੂੰ ਨਹੀਂ ਪਤਾ, ਪਰ ਫਿਲਹਾਲ ਇਹ ਗੱਠਜੋੜ ਤੈਅ ਹੈ ਜੀ। ਕਿਉਂਕਿ ਹੁਣ ਭਾਜਪਾ ਹੋਵੇ ਚਾਹੇ ਅਕਾਲੀ ਦਲ ਹੋਵੇ, ਉਹਨਾਂ ਨੂੰ ਲੱਗਦਾ ਕਿ ਜਿਹੜਾ ਆ 2 ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਮੋਰਚਾ ਚੱਲ ਰਿਹਾ, ਹੁਣ ਇਹ ਉਸ ਸਥਿਤੀ 'ਚ ਨਹੀਂ ਹੈਗਾ ਕਿ ਸਾਨੂੰ ਸਿੱਧਾ ਉਵੇਂ ਨੁਕਸਾਨ ਪਹੁੰਚਾ ਸਕੇ। ਇਹਨਾਂ ਦਾ ਕੁਝ ਖੇਤਰਾਂ 'ਚ, ਕੁਝ ਹਲਕਿਆਂ 'ਚ, ਵਿਧਾਨ ਸਭਾ ਦੇ ਖੇਤਰ 'ਚ ਉਹਦਾ ਮਾਰ ਪੈ ਸਕਦੀ ਹੈ। ਉਵੇਂ ਹੁਣ ਮਾਰ ਵਾਲੀ ਸਥਿਤੀ 'ਚ ਨਹੀਂ ਆ। ਇਸ ਲਈ ਅਗਲੇ ਕਹਿੰਦੇ ਅੱਜ ਟਿੱਕਰੀ ਵੀ ਖੋਲ ਦਿਓ, ਅੱਜ ਸਿੰਘੂ ਵੀ ਖੋਲ ਦਿਓ, ਅੱਜ ਅੰਬਾਲਾ ਵੀ ਖੋਲ ਦਿਓ। ਅਗਲਾ ਨੇ ਬਾਰਡਰ ਚੱਕ ਤੇ ਇੱਧਰ ਪਰਸੋਂ ਤੱਕ ਜਿਹੜੀ ਸਟੇਜ ਦਾ ਮੂੰਹ ਹਰਿਆਣੇ ਕੰਨੀ ਨੂੰ, ਉਹਨਾਂ ਨਾਕਿਆਂ ਕੰਨੀ ਨੂੰ ਸੀ, ਅੱਜ ਉਧਰ ਨੂੰ ਪਿੱਠ ਕਰ ਲਈ ਅੰਦੋਲਨ ਨੇ। ਜਿਹੜੇ ਸਪੀਕਰਾਂ ਦਾ ਮੂੰਹ ਉਧਰ ਨੂੰ ਸੀ, ਅੱਜ ਉਹ ਮੂੰਹ ਪੰਜਾਬ ਕੰਨੀ ਨੂੰ ਕਰ ਲਿਆ। ਠੀਕ ਹੈ ਜੀ। ਸੋ ਇਸ ਲਈ ਕੱਲ ਸਥਿਤੀ ਇਹ ਬਦਲ ਗਈ ਸ਼ੰਭੂ ਬਾਰਡਰ ਤੇ। ਸੋ ਇਹਦੇ ਕੀ ਮਾਇਨੇ ਨੇ ਕਿ ਕਿਹਦੇ ਕਹੇ ਤੇ ਕੀਤਾ, ਕੀ ਲੋੜ ਪਈ? ਜਿਸ ਤਰ੍ਹਾਂ ਚੱਲ ਰਹੀ ਸੀ ਜਿਉਂ ਦੀ ਤਿਉਂ ਕਿਉਂ ਨਹੀਂ ਰੱਖੀ? ਵੈਸੇ ਕਹਿੰਦੇ ਅੰਦੋਲਨ ਜਿਉਂ ਦਾ ਤਿਉਂ ਚੱਲੂਗਾ ਹੁਣ, ਚਾਹੇ ਚੋਣ ਜਾਬਤਾ ਲੱਗ ਜਾਵੇ। ਕਹਿੰਦੇ ਮਤਲਬ ਅਗਲੀ ਸਰਕਾਰ ਨੇ ਆਉਂਦੀ ਤਾਂ ਕੋਈ ਦੇਣਾ ਨਹੀਂ, ਸੋ ਕਿਉਂ ਫੌਜਾਂ ਨੂੰ ਥਕਾ ਰਹੇ ਹੋ? ਲੋੜ ਵੀ ਹੁੰਦੀ ਆ। ਪਰ ਇਹ ਸਾਰੇ ਹਾਲਾਤ ਦੇ ਵਿੱਚੋਂ ਅਕਾਲੀ ਦਲ ਤੇ ਭਾਜਪਾ ਨੂੰ ਮਹਿਸੂਸ ਹੋ ਰਿਹਾ ਕਿ ਸਾਨੂੰ ਹੁਣ ਗੱਠਜੋੜ ਕਰਨ 'ਚ ਕੋਈ ਹਰਜ ਨਹੀਂ, ਸਾਨੂੰ ਗੱਠਜੋੜ ਕਰ ਲੈਣਾ ਚਾਹੀਦਾ। 8-5-7-6 ਇੱਥੇ ਪੇਚ ਫਸਿਆ, ਔਰ ਅਮਿਤ ਸ਼ਾਹ ਨੇ ਖੁਦ ਕਹਿਤਾ ਕਿ ਬਿਲਕੁਲ ਜੀ ਨੈਗੋਸ਼ੀਏਸ਼ਨ ਦੋਵੇਂ ਪਾਸੇ ਜਾਰੀ ਹੈ, 1 ਹਫ਼ਤੇ ਸਥਿਤੀ ਕਲੀਅਰ ਹੋ ਜੂਗੀ, ਔਰ ਉਹ ਸਥਿਤੀ ਐਤਵਾਰ ਜਾਂ ਸੋਮਵਾਰ ਤੱਕ ਹੋਣ ਦੀ ਸੰਭਾਵਨਾ ਹੈ। ਉਹਦੇ ਨੂੰ ਜੇ ਕਿਸਾਨਾਂ ਨੇ ਕੋਈ ਹੋਰ ਹਿਲਜੁਲ ਕਰਤੀ, ਫਿਰ ਗੱਠਜੋੜ ਕਰਨ ਵਾਲੇ ਜਿਹੜੇ ਅਸਾਰ ਨੇ ਉਹ ਮੱਧਮ ਪੈ ਜਾਂਦੇ ਨੇ ਸ਼ਰਮਾ। ਬਿਲਕੁਲ। ਅਕਾਲੀ ਦਲ ਦੀ ਕੋਈ ਗੱਲ ਕਰ ਲਈਏ, ਅਕਾਲੀ ਦਲ ਦੇ ਵਿੱਚ ਕਹਿੰਦੇ ਹੁਣ ਲਾਗੂ ਹੋਊਗਾ 1 ਪਰਿਵਾਰ ਤੇ 1 ਟਿਕਟ ਵਾਲਾ ਫਾਰਮੂਲਾ। ਜੇਕਰ ਅਕਾਲੀ ਦਲ ਦੇ ਹੱਕ ਦੇ ਵਿੱਚ ਕੱਲ ਨੂੰ ਵੇਵ ਬਣ ਗਈ, ਫਿਰ ਵੀ ਇਹੀ ਰਹੂਗਾ? ਵਿਧਾਨ ਸਭਾ ਦੇ ਵਿੱਚ ਵੀ ਇਹੀ ਰਹੂਗਾ? ਵਿਧਾਨ ਸਭਾ ਦਾ ਪਤਾ ਨਹੀਂ ਹਲੇ ਜੀ। ਮੈਂਬਰ ਪਾਰਲੀਮੈਂਟ ਚੋਣਾਂ ਲਈ, ਲੋਕ ਸਭਾ ਚੋਣਾਂ ਲਈ ਇਹ ਫਾਰਮੂਲਾ ਲਾਗੂ ਕਰ ਲਿਆ ਅਕਾਲੀ ਦਲ ਨੇ ਲਗਭਗ। ਠੀਕ ਹੈ ਜੀ। ਵੈਸੇ ਤਾਂ ਪ੍ਰਵੀਨ ਜੀ ਤੁਹਾਡੀ ਗੱਲ ਦਰੁਸਤ ਹੈ ਕਿ ਇਹ ਫਾਰਮੂਲਾ ਕਿਸੇ ਸਮੇਂ ਕਾਂਗਰਸ ਵੀ ਲਿਆਈ ਸੀ, ਤੇ ਪੰਜਾਬ 'ਚ ਉਹਨਾਂ ਨੇ ਵਿਧਾਨ ਸਭਾ ਚੋਣਾਂ ਦੇ ਸਮੇਂ ਲਾਗੂ ਕਰ ਲਿਆ ਸੀ, ਤੇ ਕਈ ਲੀਡਰ ਖਾਸੇ ਔਖੇ ਹੋ ਗਏ ਸੀ। ਪਰ ਉਹਦੇ ਬਾਵਜੂਦ ਵੀ ਉਹ ਫਾਰਮੂਲਾ ਚੱਲਿਆ ਤੇ ਉਹਦਾ ਫਾਇਦਾ ਵੀ ਹੋਇਆ ਸੀ ਉਸ ਸਮੇਂ ਕਾਂਗਰਸ ਨੂੰ। ਜੀ ਜੀ। ਕੈਪਟਨ ਦੀ ਜਦੋਂ ਦੂਸਰੀ ਪਾਰੀ ਆਉਂਦੀ ਹੈ ਨਾ 17 'ਚ, ਸੋ 17 'ਚ ਬਿਲਕੁਲ ਉਹ ਸਹੀ ਵੀ ਰਿਹਾ। ਪਰ ਉਹ ਤੋਂ ਬਾਅਦ ਜਿੱਦਾਂ ਹੀ 2019 ਦੀਆਂ ਲੋਕ ਸਭਾ ਚੋਣਾਂ ਆਈਆਂ ਤਾਂ ਉਹ ਫਾਰਮੂਲਾ ਫੇਰ ਲਾਂਭੇ ਰੱਖਤਾ। ਤੇ ਫਿਰ ਸਾਰਿਆਂ ਨੇ ਦੇਖਿਆ ਕਿ ਕੈਪਟਨ ਦੀ ਘਰ ਵਾਲੀ ਵੀ ਚੋਣ ਲੜੀ ਹੈ। ਹਾਂਜੀ। ਸੋ ਇਸ ਲਈ ਇਹ ਢੰਗ ਤਰੀਕਾ ਫਿਰ ਉੱਥੇ ਆ ਕੇ ਬਦਲ ਜਾਂਦਾ। ਹੁਣ ਅਕਾਲੀ ਦਲ ਇਹ ਫਾਰਮੂਲਾ ਲੋਕ ਸਭਾ ਚੋਣਾਂ 'ਚ ਅਪਣਾਉਣ ਜਾ ਰਿਹਾ। 13 ਹੀ ਬੰਦੇ ਤਾਰਨੇ ਆ ਕਿ 13 ਇੱਕ ਪਰਿਵਾਰ 'ਚੋਂ ਰਿਪੀਟ ਨਹੀਂ ਕੋਈ ਹੋਊਗਾ। ਔਰ ਇਹ ਸਿੱਧਾ ਲਾਗੂ ਫਿਲਹਾਲ ਬਾਦਲ ਤੇ ਹਰਸਿਮਰਤ ਬਾਦਲ ਤੇ ਹੀ ਹੋ ਰਿਹਾ। ਠੀਕ ਹੈ ਜੀ। ਮਤਲਬ ਇਹ ਕਹਿਣ ਨੂੰ ਹੈ ਕਿ 1 ਪਰਿਵਾਰ 1 ਟਿਕਟ, ਅਸਲ ਦੇ ਵਿੱਚ ਲੀਡਰ ਜਿਹੜੇ ਚਾਹੇ ਉਹ ਢੀਂਡਸੇ ਹੋਰੀ ਨੇ, ਚਾਹੇ ਜਗੀਰ ਕੌਰ ਹੋਰੀ ਨੇ, ਚਾਹੇ ਮੌਜੂਦਾ ਜਿਹੜੇ ਪਾਰਟੀ ਦੇ ਅੰਦਰ ਹੈਗੇ ਨੇ, ਉਹਨਾਂ 'ਚ ਵੀ ਰੋਸਾ ਸੀ ਕਿ ਇਹ ਪਰਿਵਾਰਕ ਪਾਰਟੀ ਬਣ ਗਈ ਜੀ। ਪਰਿਵਾਰ ਇਹ ਚਲਾਈ ਜਾਂਦਾ ਜੀ ਆਪਣੀ ਮਰਜ਼ੀ ਨਾਲ। ਪਿਛਲੀ ਵਾਰ ਲੜੇ ਚਾਹੇ 10 ਸੀਟਾਂ ਤੇ, ਪਰ ਸਾਰਿਆਂ ਨੂੰ ਪਤਾ ਕਿ ਜ਼ੋਰ 2 ਸੀਟਾਂ ਤੇ ਲਾਇਆ ਸੀ ਆਪੇ, ਹੋਰ ਸੀਟਾਂ ਤੇ ਜ਼ੋਰ ਹੀ ਨਹੀਂ ਲਾਇਆ। ਬਿਲਕੁਲ ਸਹੀ। ਸੋ ਇਸ ਲਈ ਇੱਕ ਤਾਂ ਇਹ ਹੁਣ ਫਾਰਮੂਲਾ ਬੇਸ਼ੱਕ ਲੀਡਰਾਂ ਵੱਲੋਂ ਲਿਆਂਦਾ ਗਿਆ, ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਇਹ ਆਇਆ ਕਿ ਨਹੀਂ ਜੀ ਆਪਾਂ 1 ਪਰਿਵਾਰ 1 ਟਿਕਟ, ਪਰ ਮੈਨੂੰ ਲੱਗਦਾ ਕਿ ਇਹ ਤਾਂ ਅੰਮ੍ਰਿਤ ਬਣ ਕੇ ਆਇਆ ਹੋਊਗਾ ਬਾਦਲ ਪਰਿਵਾਰ ਲਈ ਕਿ ਸ਼ੁਕਰ ਹੈ ਚੱਲ ਜਾਨ ਛੁੱਟੀ। ਸੋ ਉਹ ਤਾਂ ਅਸਲ 'ਚ ਆਪੇ ਖੁਸ਼ ਹੋਣਗੇ ਕਿ ਵਧੀਆ। ਉਹ ਤਾਂ ਕਹਿੰਦੇ ਹੋਣਗੇ ਜੇ ਦੂਈ ਵੀ ਲੈ ਲਓ ਇਸ ਵਾਰ, ਹੈ ਨਾ। ਪਰ ਫਿਰ ਇਹ ਲੱਗਦਾ ਕਿ ਪਤਾ ਨਹੀਂ ਜੇ ਕੇਂਦਰ 'ਚ ਭਾਜਪਾ ਦੀ ਸਰਕਾਰ ਆ ਗਈ ਤੇ ਅਸੀਂ ਫਿਰ ਜੇ 1 ਅੱਧੀ ਸੀਟ ਵੀ ਕੱਢ ਲਈਏ ਤਾਂ ਸ਼ਾਇਦ ਮੰਤਰੀ ਵਾਲਾ ਉਹਦਾ ਮਿਲ ਜਾਵੇ। ਇਹ ਲਾਲਚ ਤੁਹਾਨੂੰ ਫਿਰ ਮੈਦਾਨ 'ਚ ਲੈ ਕੇ ਜਾਂਦਾ। ਸੋ ਇਸ ਲਈ ਫਿਲਹਾਲ ਹੁਣ ਇਹੀ ਮੰਨਿਆ ਜਾ ਰਿਹਾ ਕਿ ਹਰਸਿਮਰਤ ਕੌਰ ਬਾਦਲ ਹੋਰੀ ਇਕੱਲੇ ਟਿਕਟ ਇਹ ਪਰਿਵਾਰ 'ਚੋਂ ਮਿਲੂਗੀ ਤੇ ਉਹ ਚੋਣ ਲੜਨਗੇ, ਔਰ ਉਹ ਸੀਟ ਬਠਿੰਡਾ ਹੀ ਹੋਏਗੀ।
ਪਹਿਲਾਂ ਖਡੂਰ ਸਾਹਿਬ ਦਾ ਵੀ ਇਹ ਚਰਚਾ ਚੱਲੀ ਸੀ ਕਿ ਹਾਂਜੀ, ਇੱਕ ਸੀਟ ਹਾਂਜੀ। ਬਦਲ ਸਕਦੇ ਨੇ, ਪਰ ਹੁਣ ਪਤਾ ਲੱਗ ਰਿਹਾ ਕਿ ਬੀਬੀ ਰੋਜ਼ 9 ਤੋਂ 10 ਪਿੰਡ ਕੱਢ ਰਹੇ ਨੇ ਲਗਾਤਾਰ। ਠੀਕ ਹੈ ਜੀ। ਇਹਦਾ ਮਤਲਬ ਜੇ ਸਰਗਰਮੀ ਬਠਿੰਡਾ ਖੇਤਰ 'ਚ ਆ ਤਾਂ ਉੱਥੋਂ ਹੀ ਚੋਣ ਲੜਨ। ਹੂੰ, ਪਰ ਸੁਖਬੀਰ ਨੇ ਇਸ ਵਾਰ ਉਹ ਜੀ ਚੋਣ ਨਹੀਂ ਵਿੱਢੀ, ਆਪਣੀ ਮੁਹਿੰਮ ਅਜੇ ਨਹੀਂ ਚਲਾਈ। ਸੋ ਇਸ ਲਈ ਸੁਖਬੀਰ ਬਾਦਲ ਫਿਲਹਾਲ ਇਹ ਮੰਨ ਕੇ ਚੱਲ ਰਹੇ ਨੇ ਕਿ ਉਹ ਵਿਧਾਨ ਸਭਾ ਚੋਣ ਲੜਨਗੇ ਤੇ ਇਸ ਵਾਰ ਲੋਕ ਸਭਾ ਚੋਣ ਨਹੀਂ ਲੜਨਗੇ, ਪਾਰਟੀ ਲਈ ਕੰਮ ਕਰਨਗੇ। ਤੇ ਇਸ ਹਵਾਲੇ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਹੀ ਬਠਿੰਡਾ ਤੋਂ ਤੁਹਾਨੂੰ ਉਮੀਦਵਾਰ ਦਿਖ ਸਕਦੇ ਨੇ। ਸੋ ਇੱਕ ਟਿਕਟ ਇੱਕ ਫਾਰਮੂਲਾ ਵਾਲਾ ਜਿਹੜੀ ਘੁਸਰ ਮੁਸਰ ਸੀ, ਪਾਰਟੀਆਂ 'ਚ ਰੋਸਾ ਸੀ, ਉਸ ਨੂੰ ਸੈੱਟ ਕਰਨ 'ਚ ਵੀ ਸੁਖਬੀਰ ਬਾਦਲ ਕਾਮਯਾਬ ਹੋ ਗਏ। ਇਹ ਵੀ ਦੱਸਣ 'ਚ ਕਿ ਲਓ ਜੀ ਮੈਂ ਬੜਿਆਂ ਦਾ ਕਿਹਾ ਮੰਨ ਲਿਆ, ਤੇ ਉਹਨਾਂ ਦਾ ਆਪਣਾ ਵੀ ਮਤਲਬ ਕੰਮ ਸੁਖਾਲਾ ਹੋ ਗਿਆ ਕਿ ਠੀਕ ਹੈ ਜੇ ਦੋ ਲੜਦੇ ਤਾਂ ਫਿਰ ਔਖਾ ਸੀ, ਕਿਉਂਕਿ ਭਾਜਪਾ ਜਿਹੜੀ ਨੈਗੋਸ਼ੀਏਸ਼ਨ ਕਰ ਰਹੀ ਆ ਪ੍ਰਵੀਨ ਜੀ, ਉਹਦੇ ਵਿੱਚ ਇਹ ਵੀ ਤਾਂ ਆਧਾਰ ਹੈ ਨਾ ਕਿ ਅਗਲੇ ਕਹਿੰਦੇ ਕਿ ਪਿਛਲੀ ਵਾਰ ਆਪਾਂ 10-3 ਤੇ ਲੜੇ ਸੀ, ਤੁਸੀਂ 10 ਚੋਂ 2 ਜਿੱਤਦੇ ਹੋ, ਅਸੀਂ 3 ਚੋਂ 2 ਜਿੱਤਦੇ ਹਾਂ। ਹਾਂ ਬਿਲਕੁਲ। ਤੇ ਅਗਲੇ ਕਹਿੰਦੇ ਫਿਰ ਲੋਕ ਸਭਾ 'ਚ ਤਾਂ ਇਹ ਫਾਰਮੂਲਾ ਨਾ ਚੱਲਣਾ, ਫਿਰ ਜੇ ਅਸੀਂ ਵੱਧ ਜਿੱਤ ਰਹੇ ਹਾਂ ਸਾਡੀ ਐਵਰੇਜ ਦੇਖੋ ਨਾ ਕਿੱਥੇ ਆ। ਸੋ ਇਸ ਲਈ ਉਹ ਵੱਧ ਮੰਗ ਰਹੇ ਨੇ। ਸੋ ਸੁਖਬੀਰ ਬਾਦਲ ਹੁਣ ਇਹ ਜਿਤਾਉਣਾ ਚਾਹੁੰਦੇ ਨੇ, ਬਾਕੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਨੇ ਕਿ ਜਿਹੜੀਆਂ ਸੀਟਾਂ ਤੇ ਆਪਾਂ ਬਾਕੀਆਂ ਤੇ ਲੜਾਂਗੇ ਮੈਂ ਉੱਥੇ ਸਾਰੇ ਜ਼ੋਰ ਨਾਲ ਪ੍ਰਚਾਰ ਕਰੂੰਗਾ, ਕਿਉਂਕਿ ਮੈਂ ਆਪ ਚੋਣ ਨਹੀਂ ਲੜ ਰਿਹਾ। ਸੋ ਫਿਲਹਾਲ ਇੱਕ ਸੀਟ ਇੱਕ ਪਰਿਵਾਰ ਇਹ ਫਾਰਮੂਲਾ ਆ ਗਿਆ ਜੀ ਅਕਾਲੀ ਦਲ 'ਚ। ਜੀ ਬਿਲਕੁਲ। ਬਠਿੰਡੇ ਤੋਂ ਪਹਿਲਾਂ ਪ੍ਰਸਥਿਤੀਆਂ ਅਨੁਕੂਲ ਨਹੀਂ ਸੀਗੀਆਂ, ਭਾਜਪਾ ਦੇ ਨਾਲ ਗੱਠਜੋੜ ਬਾਰੇ ਅਸਪਸ਼ਟਤਾ ਸੀਗੀ, ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਵੀ ਚਰਚੇ ਸੀਗੇ। ਸੋ ਸਥਿਤੀਆਂ ਸੁਖਾਵੀਆਂ ਨਹੀਂ ਸੀ। ਉਧਰੋਂ ਲੱਖਾ ਸਿਧਾਣਾ ਦੇ ਬਾਰੇ ਵੀ ਚਰਚੇ ਸੀਗੇ। ਹੁਣ ਉਹਨਾਂ ਦੀ ਸਥਿਤੀ ਪਤਾ ਨਹੀਂ ਕੀ ਹੈ, ਕੀ ਉਹ ਕਹਿਣਗੇ ਜਾਂ ਕੀ ਉਹ ਲੜਨਗੇ, ਉਹਨਾਂ ਦਾ ਫੈਸਲਾ ਹੈ। ਪਰ ਜਿਵੇਂ ਕਿਉਂਕਿ ਇਹ ਜਿਹੜੇ ਸਿਆਸੀ ਜੋੜ ਤੋੜਾ ਘੰਟਿਆਂ ਦੇ ਮਿੰਟਾਂ ਦੇ ਹਿਸਾਬ ਨਾਲ ਹਰ ਰੋਜ਼ ਬਦਲਦੇ ਨੇ ਨਾ, ਜਿਵੇਂ ਹੁਣ ਦਿੱਲੀੋਂ ਹਰੀ ਝੰਡੀ ਮਿਲ ਗਈ ਕਿ ਭਾਈ ਇੱਥੇ ਆਪਣਾ ਗੱਠਜੋੜ ਹੋ ਜਾਊਗਾ, ਫਿਰ ਲੱਗਦਾ ਹੈ ਕਿ ਚਲੋ ਬਠਿੰਡਾ ਦੇ ਵਿੱਚ ਸ਼ਹਿਰੀ ਹਲਕੇ ਵੀ ਆਉਂਦੇ ਨੇ ਕਈ, ਤੇ ਉੱਥੇ ਮਦਦ ਮਿਲ ਸਕਦੀ ਹੈ। ਫਿਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਇਸ ਹਾਲੇ ਫਿਲਹਾਲ ਤਾਂ ਕੋਈ ਹਾਲਾਤ ਨਹੀਂ ਲੱਗਦੇ ਕਿ ਉਹ ਲੜਨਗੇ, ਪਰ ਉਸ ਤੋਂ ਬਾਅਦ ਵੀ ਕੁਝ ਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ। ਕੈਂਡੀਡੇਟਾਂ ਦੇ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਨੇ ਨਾ ਸ਼ਰਮਾ ਜੀ, ਸਥਿਤੀਆਂ ਕਿਸ ਤਰ੍ਹਾਂ ਦੀਆਂ ਬਣਦੀਆਂ ਨੇ। ਤੇ ਬਠਿੰਡਾ ਦੀ ਕੋਈ ਗੱਲ ਕਰ ਲਈਏ ਫਿਰ, ਕਹਿੰਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਬਠਿੰਡਾ ਤੋਂ ਹਰਸਿਮਰਤ ਦਾ ਮੁਕਾਬਲਾ ਕਰੂਗੀ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਇਹ ਲਗਭਗ ਤੈਅ ਮੰਨਿਆ ਜਾ ਰਿਹਾ ਕਿ ਕੱਲ ਪਰਸੋਂ ਤੱਕ ਤੀਜੀ ਸੂਚੀ ਆ ਸਕਦੀ ਹੈ ਕਾਂਗਰਸ ਦੀ, ਜਿਹਦੇ ਵਿੱਚ ਪੰਜਾਬ ਦੀਆਂ 6 ਤੋਂ 8 ਸੀਟਾਂ ਦੇ ਉੱਤੇ ਉਮੀਦਵਾਰ ਐਲਾਨੇ ਜਾ ਸਕਦੇ ਆ ਜੀ। 5 ਸੀਟਾਂ ਕਹਿੰਦੇ ਉਹ ਸੋਚਦੇ ਆ ਕਿ ਉਸ ਸਮੇਂ ਐਲਾਨੀਆਂ ਜਦੋਂ ਅਕਾਲੀ ਭਾਜਪਾ ਵਾਲੀ ਸਥਿਤੀ ਸਪਸ਼ਟ ਹੋ ਜਾਵੇ। ਉਹ ਤੋਂ ਬਿਨਾਂ ਉਹਨਾਂ ਨੇ 6-7 ਸੀਟਾਂ ਦੇ ਉੱਤੇ ਕਹਿੰਦੇ ਉਮੀਦਵਾਰ ਲਗਭਗ ਤੈਅ ਕਰ ਲਿਆ। ਬੇਸ਼ੱਕ ਦਾਅਵੇਦਾਰੀਆਂ ਵਧਣ ਲੱਗੀਆਂ ਤੇ ਉਹਨਾਂ ਨੇ ਬ੍ਰੈਕਟਡ ਵੀ 2-2 ਉਮੀਦਵਾਰ ਰੱਖਣੇ ਸ਼ੁਰੂ ਕਰ ਦਿੱਤੇ ਆ। ਜਿਵੇਂ ਪਤਾ ਲੱਗ ਰਿਹਾ ਕਿ ਇਸ ਵਾਰ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਦੁਬਾਰਾ ਦਾਅਵੇਦਾਰ ਨੇ, ਉਹਨਾਂ ਨੂੰ ਟਿਕਟ ਦੇਣ ਦੇ ਬਾਰੇ ਸੋਚਣ ਲੱਗੀ ਹੈ ਮਤਲਬ ਕਾਂਗਰਸ ਪਾਰਟੀ। ਤੇ ਜਦੋਂ ਕਿ ਦੂਸਰੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਤੇ ਲੁਧਿਆਣਾ ਸੀਟਾਂ ਆਪਸ ਵਿੱਚ ਫਿਰ ਬਦਲ ਸਕਦੀਆਂ ਨੇ। ਰਵਨੀਤ ਬਿੱਟੂ ਨੂੰ ਅਨੰਦਪੁਰ ਸਾਹਿਬ ਤੋਂ ਲੁਧਿਆਣਾ ਲੈ ਗਏ ਸੀ ਤੇ ਲੁਧਿਆਣਾ ਤੋਂ ਮਨੀਸ਼ ਤਿਵਾੜੀ ਨੂੰ ਫਿਰ ਇੱਧਰ ਲਿਆਂਦਾ ਸੀ। ਵੈਸੇ ਉਹਦੇ ਵਿਚਾਲੇ ਇੱਕ ਵਾਰ ਅੰਬਿਕਾ ਸੋਨੀ ਲੜ ਲਿਆ ਇੱਥੋਂ ਚੋਣ, ਤੇ ਹਾਰ ਵੀ ਗਏ ਸੀ। ਤੇ ਪਰ ਹੁਣ ਮਨੀਸ਼ ਤਿਵਾੜੀ ਫਿਰ ਲੁਧਿਆਣਾ ਜਾ ਸਕਦੇ ਨੇ ਤੇ ਰਵਨੀਤ ਬਿੱਟੂ ਇੱਧਰ ਆ ਸਕਦੇ ਨੇ, ਜਦੋਂ ਕਿ ਲੁਧਿਆਣਾ ਦੇ ਵਿੱਚ ਬ੍ਰੈਕਟਡ ਭਾਰਤ ਭੂਸ਼ਣ ਆਸ਼ੂ ਨੂੰ ਵੀ ਉਮੀਦਵਾਰ ਵਜੋਂ ਰੱਖਿਆ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਬ੍ਰੈਕਟਡ ਬਲਵੀਰ ਸਿੱਧੂ ਤੇ ਰਾਣਾ KP ਹੋਰਾਂ ਨੂੰ ਵੀ ਕਾਂਗਰਸ ਨੇ ਰੱਖਿਆ। ਠੀਕ ਹੈ, ਤੇ ਇੱਧਰ ਚੰਨੀ ਹੋਰਾਂ ਦਾ ਨਾਮ 2-3 ਹਲਕਿਆਂ 'ਚ ਚੱਲੀ ਜਾਂਦਾ। ਅੱਛਾ, ਹੁਸ਼ਿਆਰਪੁਰ ਤੋਂ ਵੀ ਚੱਲੀ ਜਾਂਦਾ ਤੇ ਜਲੰਧਰ ਤੋਂ ਦਾਅਵਾ ਖਾਸਾ ਮਜ਼ਬੂਤ ਹੈ। ਚੰਨੀ ਹੋਰੀ ਕਹਿੰਦੇ ਜਲੰਧਰ ਤੋਂ ਲੜਨ ਦੇ ਵੱਧ ਇੱਛਕ ਨੇ ਜੀ। ਸੋ ਇਸ ਲਈ ਉਹਨਾਂ ਦੀ ਟਿਕਟ ਉੱਥੋਂ ਪੱਕੀ ਮੰਨੀ ਜਾ ਰਹੀ ਹੈ। ਤੇ ਰਾਜਾ ਵੜਿੰਗ ਹੋਰੀ ਤੇ ਪ੍ਰਤਾਪ ਬਾਜਵਾ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਆਪ ਚੋਣ ਨਹੀਂ ਲੜਾਂਗੇ, ਅਸੀਂ ਪ੍ਰਚਾਰ ਕਰਾਂਗੇ, ਅਸੀਂ ਸੰਗਠਨ ਲਈ ਕੰਮ ਕਰਾਂਗੇ। ਤੇ ਪਰ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਹੋਰੀ ਲਗਾਤਾਰ ਸਰਗਰਮ ਨੇ। ਸੋ ਵੈਸੇ ਇਹ ਹੈ ਕਿ ਪ੍ਰੈਕਟਿਸ ਹੋਈ ਹੈ, ਕਿਉਂਕਿ ਇੱਕ ਵਾਰ ਲੜ ਚੁੱਕੇ ਨੇ ਰਾਜਾ ਵੜਿੰਗ ਹਰਸਿਮਰਤ ਦੇ ਸਾਹਮਣੇ ਚੋਣ। ਬਠਿੰਡਾ। ਸੋ ਇਹ ਇਸ ਲਈ ਉਹ ਬੀਬੀ ਨੇ ਵੀ ਉਹ ਹਲਕੇ ਸਾਰਾ ਕੱਢਿਆ ਹੋਇਆ, ਉਹ ਇਸ ਲਈ ਉਹਦੇ ਲਈ ਵੀ ਕੋਈ ਦਿੱਕਤ ਨਹੀਂ ਗਈ। ਤੇ ਵੈਸੇ ਵੀ ਬੀਬੀਆਂ ਦਾ ਮੁਕਾਬਲਾ ਨੂੰ ਇਹ ਲੱਗਦਾ ਕਿ ਫਿਰ ਜੇ ਕੋਈ ਤੀਜੀ ਧਿਰ ਮਨਪ੍ਰੀਤ ਬਾਦਲ ਜਾਂ ਕੋਈ ਹੋਰ ਆ ਵੀ ਜਾਊਗਾ ਤਾਂ ਉਹ ਸ਼ਾਇਦ ਲਾਂਭੇ ਹੋ ਜਾਵੇ, ਬੀਬੀਆਂ ਦਾ ਮੁਕਾਬਲਾ ਹੀ ਬਣ ਜਾਏਗਾ ਇਹ। ਸੋ ਇਸ ਹਵਾਲੇ ਨਾਲ ਵੀ ਦੇਖ ਕੇ ਚੱਲਿਆ ਜਾ ਰਿਹਾ। ਸੋ ਇਹ ਤੈਅ ਮੰਨਿਆ ਜਾ ਰਿਹਾ ਕਿ ਹਾਂ ਇਹ ਟਿਕਟ ਉਹਨਾਂ ਨੂੰ ਮਿਲੇਗੀ। ਹੁਣ ਕਰਮਜੀਤ ਅਨਮੋਲ ਵਾਲੇ ਮਾਮਲੇ ਦੇ ਵਿੱਚ ਉੱਥੋਂ ਚਰਚਾ ਸੀਗੀ ਕਿ ਕਰਮਜੀਤ ਅਨਮੋਲ ਲਗਭਗ ਮੁਹੰਮਦ ਸਦੀਕ ਹੋਰਾਂ ਤੋਂ ਕਨਫਰਮ ਕਰਕੇ ਆਏ ਨੇ ਕਿ ਜੀ ਮੈਂ ਤੁਹਾਡਾ ਸਤਿਕਾਰ ਕਰਦਾ, ਤੁਹਾਡੇ ਸਾਹਮਣੇ ਨਹੀਂ ਚੋਣ ਲੜਾਂਗਾ। ਜਦੋਂ ਕਹਿੰਦੇ ਇਹ ਹਰੀ ਝੰਡੀ ਜੀ ਮਿਲ ਗਈ ਕਿ ਮੁਹੰਮਦ ਸਦੀਕ ਨਹੀਂ ਲੜ ਰਹੇ, ਠੀਕ ਹੈ ਜੀ, ਤਦ ਕਹਿੰਦੇ ਕਿ ਉਹਨਾਂ ਨੇ ਟਿਕਟ ਦੇ ਉੱਤੇ ਦਾਅਵਾ ਕੀਤਾ ਤੇ ਟਿਕਟ ਮਿਲ ਗਈ। ਪਰ ਹੁਣ ਪਤਾ ਲੱਗ ਰਿਹਾ ਕਿ ਮੁਹੰਮਦ ਸਦੀਕ ਹੋਰਾਂ ਦਾ ਨਾਮ ਵੀ ਦਿੱਲੀ ਗਿਆ ਹੋਇਆ ਤੇ ਕਾਂਗਰਸ ਉਹਨਾਂ ਨਾਮ ਬਾਰੇ ਵੀ ਸੋਚ ਰਹੀ ਹੈ। ਕਿਉਂਕਿ ਕਾਂਗਰਸ ਦਾ ਇੱਕ ਕਲਚਰ ਵੀ ਆ, ਉਹ ਸਿਟਿੰਗ MP MLA ਨੂੰ ਪਹਿਲਾਂ ਪਹਿਲ ਦਿੰਦੀ ਹੈ। ਸੋ ਇਸ ਮਾਮਲੇ ਦੇ ਉੱਤੇ ਫਿਰ ਇਹ ਕਮਾਲ ਹੋਊਗਾ। ਤੇ ਉਧਰ ਜੇ ਗੱਠਜੋੜ ਨਹੀਂ ਹੁੰਦਾ
ਤੇ ਕਹਿੰਦੇ ਹੰਸਰਾਜ ਉਮੀਦਵਾਰ ਹੋ ਸਕਦੇ ਉੱਥੇ, ਕਰਮਜੀਤ ਅਨਮੋਲ ਉਹਨਾਂ ਦੇ ਸਾਹਮਣੇ। ਤੇ ਇਹ ਵੀ ਚਰਚਾ ਕਿ ਜੇ ਗੱਠਜੋੜ ਹੋ ਗਿਆ ਤਾਂ ਵੀ ਹੋ ਸਕਦਾ ਕਿ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਲੈਣ। ਉਹ ਅੱਛਾ, ਇਹ ਵੀ ਸੰਭਾਵਨਾ ਹੈਗੀ ਆ। ਆਪਾਂ ਪਹਿਲਾਂ ਵੀ ਗੱਲ ਕਰਦੇ ਆ ਨਾ ਕਿ ਦਿੱਲੀ ਦੇ ਵਿੱਚ ਮਨਜਿੰਦਰ ਸਰਸਾ ਹੋਰੀ ਉਮੀਦਵਾਰ ਅਕਾਲੀ ਦਲ ਦੇ ਸੀ, ਪਰ ਚੋਣ ਨਿਸ਼ਾਨ ਭਾਜਪਾ ਵਾਲਾ ਸੀਗਾ ਉਹਨਾਂ ਕੋਲ। ਹਾਂਜੀ ਹਾਂਜੀ। ਤੇ ਇਸ ਲਈ ਇੱਥੇ ਵੀ ਹੋ ਸਕਦਾ ਕਿ ਉਮੀਦਵਾਰ ਭਾਜਪਾ ਦਾ ਹੋਵੇ ਤੇ ਚੋਣ ਨਿਸ਼ਾਨ ਇਹਨਾਂ ਵਾਲਾ ਲੈ ਲੈਣਗੇ ਕੋਈ ਨਾ। ਸੋ ਕੁਝ ਸੀਟਾਂ ਤੇ ਐਂ ਵੀ ਸੈਟਿੰਗ ਹੋ ਸਕਦੀ ਹੈ ਇਹਨਾਂ ਦੀ। ਤੇ ਇੱਧਰ ਅੰਮ੍ਰਿਤਸਰ ਦੇ ਮਾਮਲੇ 'ਚ ਵੀ ਤੈਅ ਆ, ਇਹਨਾਂ ਨੇ ਕਿ ਹਾਂ ਉਮੀਦਵਾਰ ਤੈਅ ਕਰ ਲਿਆ। ਰਾਜਦੂਤ ਜੀ ਨੂੰ ਤੁਹਾਡੇ ਇੱਥੇ ਹੀ ਰਹਿ ਕੇ ਗਏ ਨੇ ਅਮਰੀਕਾ, ਸੋ ਉਹ ਸੰਧੂ ਸਾਹਿਬ ਹੋਰਾਂ ਨੂੰ ਉਹ ਸਰਗਰਮ ਨੇ ਪਿਛਲੇ 2 ਮਹੀਨਿਆਂ ਤੋਂ। ਬੇਸ਼ੱਕ ਉਹਨਾਂ ਦਾ ਪਿਛੋਕੜ ਅੰਮ੍ਰਿਤਸਰ ਨਾਲ ਹੈਗਾ, ਪੁਰਾਣਾ ਪਰਿਵਾਰ ਪਹਿਲਾਂ ਤੋਂ ਉੱਥੇ ਰਹਿੰਦੇ ਆ ਉਹਨਾਂ ਦੇ ਪਰਿਵਾਰਕ ਮੈਂਬਰ, ਪਰ ਉਹਨਾਂ ਦਾ ਸਿੱਧਾ ਸੰਬੰਧ ਨਹੀਂ ਰਿਹਾ ਕਾਫੀ ਲੰਬੇ ਸਮੇਂ ਤੋਂ, ਲਗਭਗ ਸਿੱਧੇ ਰੂਪ ਚ ਉਹਨਾਂ। ਇਸ ਲਈ ਉਹਨਾਂ ਨੂੰ ਉੱਥੇ ਦੇ ਲੋਕ ਬਾਹਰੀ ਵੀ ਮੰਨਦੇ ਆ ਜੀ ਜੀ, ਖਾਸ ਕਰਕੇ ਭਾਜਪਾ ਦੇ ਉੱਥੋਂ ਦੇ ਸਥਾਨਕ ਲੀਡਰਸ਼ਿਪ ਇਹ ਮੰਨਦੀ ਹੈ ਕਿ ਇਹ ਬਾਹਰੀ ਉਮੀਦਵਾਰ, ਪੈਰਾਸ਼ੂਟੀ ਉਮੀਦਵਾਰ ਦਿੱਤਾ ਜਾ ਰਿਹਾ। ਠੀਕ ਹੈ। ਔਰ ਇਹ ਲਗਭਗ ਪ੍ਰਵੀਨ ਜੀ 2 ਸਾਡੀਆਂ ਉਹੋ ਜਿਹੀਆਂ ਨਗਰੀਆਂ, ਚਾਹੇ ਉਹ ਅੰਮ੍ਰਿਤਸਰ ਹਲਕਾ ਹੈ ਤੇ ਚਾਹੇ ਸ਼੍ਰੀ ਅਨੰਦਪੁਰ ਸਾਹਿਬ ਹਲਕਾ, ਉਹਨਾਂ ਦੀ ਤਰਾਸਦੀ ਰਹੀ ਕਿ ਉੱਥੇ ਜ਼ਿਆਦਾਤਰ ਪੈਰਾਸ਼ੂਟੀ ਉਮੀਦਵਾਰ ਆਉਂਦੇ ਰਹੇ ਆ। ਇੱਥੇ ਵੀ ਚਾਹੇ ਬਿੱਟੂ ਆਇਆ, ਚਾਹੇ ਅੰਬਿਕਾ ਸੋਨੀ ਆਈ, ਚਾਹੇ ਮਤਲਬ ਕਿ ਮਨੀਸ਼ ਤਿਵਾੜੀ ਆਏ, ਹੈ ਨਾ। ਉਸੇ ਤਰ੍ਹਾਂ ਉੱਥੇ ਤੁਸੀਂ ਇਹ ਦੇਖੋ ਕੈਪਟਨ ਕਿੱਥੋਂ ਜਾ ਕੇ ਲੜਨ ਗਏ, ਅਰੁਣ ਜੇਤਲੀ ਕਿੱਥੋਂ ਲੜਨ ਆਏ, ਹਰਦੀਪ ਪੁਰੀ ਕਿੱਥੋਂ ਆਏ। ਤੇ ਇਹ ਵੀ ਕਮਾਲ ਰਿਹਾ ਅੰਮ੍ਰਿਤਸਰ ਦੇ ਵਿੱਚੋਂ ਕਿ ਨਵਜੋਤ ਸਿੱਧੂ ਉਸ ਸਮੇਂ ਜਿੱਤਦੇ ਰਹੇ ਜਦੋਂ ਦਿੱਲੀ 'ਚ ਮਨਮੋਹਨ ਸਿੰਘ ਦੀ ਸਰਕਾਰ ਸੀ। ਹਾਂਜੀ ਹਾਂਜੀ। ਤੇ ਕੈਪਟਨ ਤੇ ਔਜਲਾ ਉਸ ਸਮੇਂ ਜਿੱਤਦੇ ਰਹੇ ਜਦੋਂ ਮੋਦੀ ਦੀ ਸਰਕਾਰ ਸੀ। ਬਿਲਕੁਲ ਸਹੀ ਹੈ। ਉਲਟ ਹੁੰਦਾ ਰਿਹਾ ਉੱਥੋਂ। ਤੇ ਹੁਣ ਉੱਥੇ ਸਥਿਤੀ ਇਹ ਵੀ ਹੈਗੀ ਹੈ, ਕਹਿੰਦੇ ਕਿ ਇਸ ਵਾਰ ਤੁਸੀਂ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਹੈ, ਕਿਉਂਕਿ ਪਿਛਲੀ ਵਾਰ ਅਰੁਣ ਜੇਤਲੀ ਹਾਰੇ ਪਰ ਦਿੱਲੀ ਜਾ ਕੇ ਮੰਤਰੀ ਬਣੇ। ਹਰਦੀਪ ਪੁਰੀ ਇੱਥੋਂ ਹਾਰ ਕੇ ਗਏ ਪਰ ਉੱਥੇ ਜਾ ਕੇ ਮੰਤਰੀ ਬਣ ਗਏ। ਬਿਲਕੁਲ। ਤੇ ਇਸ ਲਈ ਕਹਿੰਦੇ ਐਕਟੀ ਕਈ ਬੰਦੇ ਇਹ ਵੀ ਸੋਚਦੇ ਆ ਕਿ ਜੇ ਹਾਰ ਕੇ ਸ਼ਾਇਦ ਫੇਰ ਮੰਤਰੀ ਬਣ ਜਾਈਏ। ਸੋ ਇਹ ਵੋਟਰਾਂ ਨੇ ਫੈਸਲਾ ਕਰਨਾ। ਬਿਲਕੁਲ ਜੀ। ਪਰ ਪੰਜਾਬ ਦੀਆਂ ਕੁਝ ਉਮੀਦਵਾਰਾਂ ਦੀਆਂ ਸੂਚੀਆਂ 2-3 ਦਿਨਾਂ ਦੇ ਵਿੱਚ ਕੁਝ ਨਾਮ ਤੈਅ ਮੰਨੇ ਜਾ ਰਹੇ ਨੇ, ਖਾਸ ਕਰ ਕਾਂਗਰਸ ਵੱਲੋਂ, ਕਿ 7-8 ਉਮੀਦਵਾਰਾਂ ਦੇ ਨਾਮ ਉਹਨਾਂ ਨੇ ਸ਼ੋਰਟ ਲਿਸਟ ਫਾਈਨਲ ਕਰ ਲਏ ਨੇ। ਉਹ ਨਾਮ ਸਾਹਮਣੇ ਆ ਸਕਦੇ ਨੇ। ਸੋ ਇਹਨਾਂ 'ਚ ਲੁਧਿਆਣਾ, ਜਲੰਧਰ, ਪਟਿਆਲਾ, ਅਨੰਦਪੁਰ ਸਾਹਿਬ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਗੁਰਦਾਸਪੁਰ ਇਹ ਤੈਅ ਮੰਨਿਆ ਜਾ ਰਿਹਾ ਕਿ ਇੱਥੋਂ ਐਲਾਨ ਹੋ ਜਾਣਾ। ਤੇ ਬਠਿੰਡੇ ਤੋਂ ਅੰਮ੍ਰਿਤਾ ਬੜਿੰਗ ਤੇ ਜਲੰਧਰ ਤੋਂ ਚਰਨਜੀਤ ਚੰਨੀ ਦੇ ਨਾਮ ਦੀ ਕਾਫੀ ਸੰਭਾਵਨਾ ਪਈ ਜੀ। ਜ਼ਹਿਰੀਲੀ ਸ਼ਰਾਬ ਦੀ ਗੱਲ ਕਰੀਏ ਸ਼ਰਮਾ ਜੀ, ਜ਼ਹਿਰੀਲੀ ਸ਼ਰਾਬ ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਜ਼ਹਿਰੀਲੀ ਸ਼ਰਾਬ ਨੇ ਮਾਝੇ ਦੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਜਾਨਾਂ ਲੈ ਲਈਆਂ ਸੀ। ਕੈਪਟਨ ਅਮਰਿੰਦਰ ਸਿੰਘ ਵੈਸੇ ਤਾਂ ਨਿਕਲਦੇ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਘਰੋਂ, ਪਰ ਉੱਥੇ ਉਹਨਾਂ ਨੂੰ ਜਾਣਾ ਪਿਆ ਸੀ ਕਿਉਂਕਿ ਹਾਲਾਤ ਹੀ ਇਦਾਂ ਦੇ ਬਣ ਗਏ ਸੀ। 150 ਦੇ ਕਰੀਬ ਮੇਰੇ ਖਿਆਲ ਦੇ ਵਿੱਚ ਜਾਣ ਗਈ ਸੀਗੀ। ਹੁਣ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਤੇ ਹੁਣ ਕਹਿੰਦੇ ਸੰਗਰੂਰ ਦੇ ਵਿੱਚ ਵੀ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਣ ਬਾਰੇ ਪਤਾ ਲੱਗਿਆ। ਜ਼ਹਿਰੀਲੀ ਸ਼ਰਾਬ ਨੇ 5 ਜਣਿਆਂ ਦੀ ਜਾਨ ਲੈ ਲਈ ਹੈ ਜੀ ਸੰਗਰੂਰ ਦੇ ਵਿੱਚ। ਪ੍ਰਵੀਨ ਜੀ ਬਿਲਕੁਲ ਜਿਸ ਸਮੇਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ 2020 ਦੀ ਘਟਨਾ ਸੀ। 3 ਜ਼ਿਲ੍ਹੇ ਸੀਗੇ, ਤਰਨਤਾਰਨ, ਗੁਰਦਾਸਪੁਰ ਤੇ ਅੰਮ੍ਰਿਤਸਰ। ਹਾਂਜੀ। ਇਹਨਾਂ 3 ਜ਼ਿਲ੍ਹਿਆਂ 'ਚ 131 ਤੋਂ ਵੱਧ ਮੌਤਾਂ ਹੋ ਗਈਆਂ ਸੀ। ਮਤਲਬ 13 ਅਫਸਰ ਸਸਪੈਂਡ ਹੋਏ। ਹਾਂਜੀ। ਤਸਕਰ ਫੜੇ ਗਏ। ਪਰ ਸੱਚਾਈ ਇਹ ਹੈ ਕਿ ਅਫਸਰ ਸਾਰੇ ਬਹਾਲ ਨੇ ਤੇ ਤਸਕਰ ਸਾਰੇ ਬਾਹਰ ਨੇ। ਤੇ ਇਸ ਲਈ ਇਹ ਧੰਦਾ ਤਾਂ ਨਹੀਂ ਰੁਕਦਾ। ਜੀ ਬਿਲਕੁਲ ਸਹੀ ਹੈ। ਹੁਣ ਇਸ ਘਟਨਾ ਦਾ ਸ਼ਿਕਾਰ ਹੋਇਆ ਮੁੱਖ ਮੰਤਰੀ ਸਾਹਿਬ ਦਾ ਆਪਣਾ ਇਲਾਕਾ। ਠੀਕ ਹੈ ਜੀ। ਕਹਿੰਦੇ ਜੀ 70 ਰੁਪਏ ਬਚਾਉਣ ਦੇ ਚੱਕਰ 'ਚ ਤੇ ਘਰੇ ਹੋਮ ਡਿਲੀਵਰੀ ਦੇ ਚੱਕਰ 'ਚ ਕਹਿੰਦੇ ਘਟੀਆ ਸ਼ਰਾਬ ਮੰਗਾ ਲਈ। ਤੇ ਪਿੰਡ 'ਚ ਤਸਕਰ ਨੇ, ਕਹਿੰਦੇ ਇੱਕ ਨਹੀਂ ਦਰਜਨਾਂ ਤਸਕਰ ਨੇ ਪਿੰਡ 'ਚ। ਤੇ ਪਿੰਡ ਤੋਂ ਬਾਹਰ ਠੇਕਾ, ਕਹਿੰਦੇ ਉਹਦੀ ਬਜਾਏ ਇੱਥੇ ਹੀ ਕੰਮ ਚੱਲਦਾ। ਤੇ ਕਹਿੰਦੇ ਜੀ ਉਹ ਸ਼ਰਾਬ ਜ਼ਹਿਰੀਲੀ ਸੀ, ਪੀ ਕੇ ਬੰਦੇ ਆਪੋ ਆਪਣੇ ਘਰੇ ਗਏ ਤੇ ਇੱਕ ਨੂੰ ਉਲਟੀਆਂ ਲੱਗ ਗਈਆਂ ਤੇ ਉਹਨਾਂ ਨੂੰ ਲੱਗਿਆ ਕਿ ਰੂਟੀਨ 'ਚ ਕਈ ਵਾਰ ਖਾਧੀ ਪੀਤੀ 'ਚ ਲੱਗਦੀਆਂ, ਉਲਟੀਆਂ ਕਰਕੇ ਪੈ ਗਿਆ ਤੇ ਸਵੇਰ ਨੂੰ ਉੱਠਿਆ ਹੀ ਨਹੀਂ। ਤੇ ਜਦੋਂ ਰੋਲਾ ਪਿਆ ਤੇ ਪਤਾ ਲੱਗਿਆ ਕਿ ਜਿਹੜੇ ਸਾਥੀਆਂ ਨਾਲ ਪੀਤੀ ਸੀ ਉਹ ਵੀ ਆਪੋ ਆਪਣੇ ਘਰੇ ਗੱਡੀ ਚੜ੍ਹ ਗਏ। 4 ਜਣਿਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ, ਜਿਨ੍ਹਾਂ ਦੇ ਵਿੱਚੋਂ ਤੁਸੀਂ ਅੰਦਾਜ਼ਾ ਲਾ ਲਓ ਇੱਕ 26 ਸਾਲ ਦਾ ਸੀ, ਇੱਕ 37 ਸਾਲ ਦਾ ਸੀ। ਠੀਕ ਹੈ ਜੀ। ਇੱਕ 46 ਸਾਲ ਦਾ ਤੇ ਇੱਕ 58 ਸਾਲ ਦਾ। ਮਤਲਬ ਇੱਕ ਬੰਦਾ ਸਿਰਫ 60 ਸਾਲ ਕੰਨੀ ਨੂੰ ਵੱਧ ਰਿਹਾ ਸੀ, ਬਾਕੀ ਸਾਰੇ ਅਜੇ ਕਿਸ ਉਮਰਾਂ ਦੇ ਨੇ। ਤੇ ਉਹਨਾਂ ਚੋਂ ਇੱਕ ਦਾ ਭਰਾ ਇਸੇ ਦਹਿਲ ਨਾਲ ਮਰ ਗਿਆ ਕਿ ਮੇਰਾ ਭਰਾ ਮਰ ਗਿਆ। ਇੰਜ 5 ਮੌਤਾਂ ਹੋ ਗਈਆਂ। ਜੀ। ਤੇ ਉਧਰ ਪਰਿਵਾਰ ਕਹਿ ਰਿਹਾ ਕਿ ਜੀ ਸਾਡੇ ਪਿੰਡ 'ਚ ਦਰਜਨਾਂ ਲੋਕ ਤਸਕਰ ਨੇ
ਜ਼ਹਿਰੀਲੀ ਸ਼ਰਾਬ ਵੇਚਦੇ ਨੇ, ਪੁਲਿਸ ਕਾਰਵਾਈ ਨਹੀਂ ਕਰਦੀ, ਪੁਲਿਸ ਰੋਕ ਨਹੀਂ ਪਾਉਂਦੀ। ਇੱਕ ਪਰਿਵਾਰ ਦੇ ਅੰਦਰ ਜਿਨ੍ਹਾਂ ਦਾ ਜੀ ਗਿਆ ਜੋ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਪੀਣ ਨਾਲ, ਉਹ ਧੱਤੜੇ ਮਾਰ ਕੇ ਉਹਨਾਂ ਦੀ ਇੱਕ ਬੀਬੀ ਕਹਿ ਰਹੀ ਸੀ ਕਿ ਜਿਨ੍ਹਾਂ ਤੋਂ ਨਕਲੀ ਸ਼ਰਾਬ ਵਾਲੇ ਤਸਕਰ ਨਹੀਂ ਫੜ ਹੁੰਦੇ, ਉਹ ਚਿੱਟੇ ਵਾਲਿਆਂ ਨੂੰ ਕੀ ਫੜਨਗੇ। ਇਹ ਸਰਕਾਰ ਦੇ ਮੂੰਹ ਤੇ ਚਪੇੜ ਹੈ। ਜੀ ਜੀ ਬਿਲਕੁਲ। ਸਰਕਾਰ ਦੇ ਲਈ ਇਹ ਵੱਡੀ ਚੁਣੌਤੀ ਹੈ ਕਿ ਮੁੱਖ ਮੰਤਰੀ ਦੇ ਹਲਕੇ 'ਚ ਕੁਝ ਹੋਈ ਜਾਂਦਾ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਪੰਜਾਬ ਬਹੁਤ ਰੰਗਲਾ ਬਣ ਗਿਆ। ਤੇ ਉਧਰ ਦੂਸਰੇ ਪਾਸੇ ਜਿਹੜੇ ਤਸਕਰ ਫੜੇ ਗਏ ਨੇ, ਉਹਨਾਂ ਦੀ ਬੇਬੇ ਕਹਿੰਦੀ ਕਿ ਝੂਠਾ ਫਸਾ ਰਹੇ ਆ ਸਰਕਾਰ ਸਾਡੇ ਬੰਦਿਆਂ ਨੂੰ, ਸਾਡੇ ਮੁੰਡੇ ਕੰਮ ਨਹੀਂ ਕਰਦੇ, ਜਾਣਬੁੱਝ ਕੇ ਇਹ ਲਾਗ ਡਾਟ ਸਾਡੇ ਮੁੰਡੇ ਫਸਾਏ ਜਾ ਰਹੇ ਨੇ। ਸੋ ਚੱਕ ਲੈ ਜੀ। ਪਰ ਹੋਊਗਾ ਕਿ ਇਹ ਤੁਹਾਡਾ ਸਵਾਲ ਬਿਲਕੁਲ ਦਰੁਸਤ ਹੈ, ਔਰ ਇਹ ਨਵੀਂ ਘਟਨਾ ਨਹੀਂ ਹੈ। ਪਿਛਲੇ ਸਾਲ ਇਹ ਸੰਗਰੂਰ ਦੇ ਵਿੱਚ ਸਪਿਰਟ ਪੀਣ ਕਰਕੇ 3 ਮੌਤਾਂ ਹੋ ਗਈਆਂ ਸੀ। ਇਹ ਪੰਜਾਬ ਦੇ ਵਿੱਚ ਵੀ ਨਵਾਂ ਪਹਿਲੂ ਨਹੀਂ ਆ ਤੇ ਦੇਸ਼ ਦੇ ਵਿੱਚ ਵੀ ਨਵਾਂ ਪਹਿਲੂ ਨਹੀਂ ਆ। ਪੰਜਾਬ ਦੇ ਨਾਲ ਲੱਗਦੇ ਹਰਿਆਣੇ 'ਚ ਨੇ 2023 'ਚ ਜ਼ਹਿਰੀਲੀ ਸ਼ਰਾਬ ਪੀਣ ਜਮਨਾ ਨਗਰ ਦੇ ਵਿੱਚ ਮਤਲਬ ਇੱਕ ਦਿਨ 'ਚ 3-4 ਮੌਤਾਂ ਦੀ ਘਟਨਾ ਸਾਹਮਣੇ ਆਈ ਸੀਗੀ। 9 ਲੋਕ ਜਮਨਾ ਨਗਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਹਿਲਾਂ ਮੌਤ ਹੋ ਚੁੱਕੀ ਆ ਉਹਨਾਂ ਦੀ। ਸੋ ਇਹੋ ਜਿਹੇ ਘਟਨਾਕ੍ਰਮ ਪੰਜਾਬ, ਹਰਿਆਣਾ ਇਹਨਾਂ ਖੇਤਰਾਂ 'ਚ ਲਗਾਤਾਰ ਵਾਪਰਦੇ ਨੇ, ਪਰ ਸਰਕਾਰਾਂ ਦੀ ਉਸ ਕਦਰ ਨਜ਼ਰ ਨਹੀਂ। ਔਰ ਕਾਨੂੰਨ ਸਾਡਾ ਜਦੋਂ ਉਹਨਾਂ ਲਈ ਅਜਿਹਾ ਆ, ਜਿਵੇਂ ਆਪਾਂ 2020 ਵਾਲੀ ਘਟਨਾ ਦੀ ਗੱਲ ਕਰਦੇ ਹਾਂ ਕਿ 13 ਅਫਸਰ ਸਸਪੈਂਡ ਕੀਤੇ ਸੀ। ਤੁਸੀਂ ਹਿਸਾਬ ਲਾ ਲਓ, ਉਹਨਾਂ 'ਚ 2 DSP ਹੈ ਨਾ, 4 SHO, 7 ਐਕਸਾਈਜ਼ ਵਿਭਾਗ ਵਾਲੇ, ਤੇ ਸਾਰੇ ਬਹਾਲ ਨੇ ਜਨਾਬ। ਤੇ ਮੌਤਾਂ ਦਾ ਕੋਈ ਮੁੱਲ ਹੀ ਨਹੀਂਗਾ ਫਿਰ ਸਾਡੇ। ਤੇ ਜੇ ਆਹ ਕੁਛ ਚੱਲਣਾ ਹੈ ਫਿਰ ਠੇਕੇ ਕਾਹਦੇ ਲਈ ਖੋਲਦੇ ਹੋ? ਤੇ ਜੇ ਠੇਕੇ ਖੋਲਦੇ ਹੋ ਫਿਰ ਆਹ ਕਿਵੇਂ ਚੱਲਦਾ? ਜੀ ਜੀ। ਸੋ ਇਹਦੇ ਲਈ ਇਹ ਸਰਕਾਰ ਦੇ ਉੱਤੇ, ਉਹ ਪਰਿਵਾਰ ਨੇ ਕਹਿਤਾ ਅਸੀਂ ਸੰਸਕਾਰ ਨਹੀਂ ਕਰਨਾ, ਕਾਫੀ ਹੰਗਾਮਾ ਰਿਹਾ। ਸੋ ਇਹ 3 ਅਰੈਸਟ ਪਾਤੀਆਂ ਤੇ ਹਾਈ ਪਾਵਰ ਕਮੇਟੀ ਬਣਾ ਕੇ ਕਹਿਤਾ ਕਿ 72 ਘੰਟਿਆਂ 'ਚ ਰਿਪੋਰਟ ਦੇ ਦਿਆਂਗੇ। ਠੀਕ ਹੈ ਜੀ। ਤੇ ਐਕਸ਼ਨ ਸਖਤ ਲਿਆਂਗੇ। ਬਸ ਇਹ ਦਾਅਵੇ ਵਾਅਦੇ ਨੇ ਤੇ ਹੁਣ ਪਰਿਵਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨੇ। ਹੋ ਸਕਦਾ ਕਿ ਅੱਜ ਦਾ ਸੰਸਕਾਰ ਹੋ ਜਾਵੇ। ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ